का खालसा वाहिगुरू जी की फतेह। सतनाम वाहिगुरु साहिब जी। अमुल गुण अमुल व्यापार। सतगुरु बख्शिश करते है कि उस अकाल पुरख वाहिगुरू के अंदर ਜਿਹੜੇ ਗੁਣ ਹੈ ਨਾ ਉਹ ਅਮੁੱਲ ਹੈ। ਤੇ ਨਾਲ ਮਹਾਰਾਜ ਜੀ ਕਹਿੰਦੇ ਆ ਅਮੁੱਲ ਵਪਾਰ ਕਰਨ ਵਾਲੇ ਵੀ ਹੈ, ਜਿਹੜੇ ਉਸ ਗੁਣਾਂ ਦਾ ਵਪਾਰ ਕਰਦੇ ਆ। ਬਹੁਤ ਵਾਰੀ ਆਪਾਂ ਨੇ ਸ਼ਬਦ ਪੜ੍ਹੇ ਹੈ, ਤੇਰੇ ਕਾਬਲ ਕਾਬਲ ਗੁਣ ਕਹਿ ਕਹਿ ਗਾਵਾਂ, ਤੇਰੇ ਕਿਹੜੇ ਕਿਹੜੇ ਗੁਣ ਨੂੰ ਮੈਂ ਬਿਆਨ ਕਰਾਂ। ਤੂੰ ਸਾਹਿਬ ਗੁਣੀ ਨਿਧਾਨਾ ਜਾਂ ਜਿਹਵਾ ਏਕ ਕਾਬਲ ਗੁਣ ਕਹੀ ਹੈ, ਕਹਿਣ ਨਾ ਜਾਈ ਤੇਰੇ ਗੁਣ ਕੀਤੇ, ਇਹ ਬਿਆਨ ਨਹੀਂ ਕੀਤੇ ਜਾ ਸਕਦੇ। ਅੰਤ ਨਾ ਪਾਵਤ ਦੇਵ ਸਭ ਗੁਣ, ਇੰਦਰ ਮਹਾਂ ਸਿਵ ਜੋਗ ਕਰੀ, ਗੁਣ ਬੇਦ ਪ੍ਰੰਚ ਵਿਚਾਰ ਰਹੋ, ਹਰ ਜਾਪ ਨਾ ਛਾਤੀ ਨਹੀਂ ਕਰੀ। ਗੁਣ ਨਹੀਂ ਬਿਆਨ ਹੋ ਸਕਦੇ। ਜਿਹਵਾ ਏਕ ਜੀਵਾ ਦੇਖ ਕੇ ਕਾਬਲ ਗੁਣ ਕਹੀ ਹੈ, ਜਾਂ ਇੱਕ ਦੂਜੀ ਕੋ ਲੱਖ ਹੋਏ, ਲੱਖ ਹੋਵੇ ਲੱਖ ਤੀਸ, ਲੱਖ ਲੱਖ ਡੇਢ ਆਦਿ ਕੇ ਏਕ ਨਾਮ ਜਗਦੀਸ਼ ਗੁਣ ਫਿਰ ਵੀ ਨਹੀਂ ਬਿਆਨ ਹੋ ਸਕਦੇ। ਰੱਬ ਦੇ ਗੁਣਾਂ ਦਾ ਕੋਈ ਅੰਤ ਨਹੀਂ ਹੈ, ਅਥਾਹ ਗੁਣ ਨੇ ਉਹਦੇ ਅੰਦਰ, ਉਹਨੂੰ ਸੰਪੂਰਨ ਤੌਰ 'ਤੇ ਕੋਈ ਬਿਆਨ ਨਹੀਂ ਕਰ ਸਕਦਾ। ਉਹਦੇ ਗੁਣਾਂ ਦਾ ਕੋਈ ਅੰਤ ਨਹੀਂ ਪਾ ਸਕਦਾ। ਬੰਦੇ 'ਚ ਜਿੱਥੇ ਗੁਣ ਹੁੰਦਾ ਹੈ ਨਾ, ਆਪਾਂ ਕਈ ਵਾਰੀ ਸ਼ਬਦ ਵਰਤਦੇ ਹਾਂ ਵੀ ਇਹ ਇਹਦੇ 'ਚ ਚੰਗਾ ਗੁਣ ਹੈ, ਪਰ ਨਾਲ ਦੀ ਨਾਲ ਬੰਦੇ 'ਚ ਕੋਈ ਔਗਣ ਵੀ ਹੁੰਦਾ ਹੈ। ਕਈ ਵਾਰੀ ਇੱਕ ਔਗਣ ਬੰਦੇ ਦੇ ਸਾਰੇ ਗੁਣਾਂ ਨੂੰ ਸਾਡੇ ਕੋਲ ਸਵਾਹ ਕਰ ਦਿੰਦਾ ਹੈ। ਬੰਦਾ ਵਧੀਆ ਦਾਤਾ ਬੰਦਾ ਹੀ ਵਿਚਰਿਆ ਬੜੀ ਉੱਚੀ ਸੁਰਤ ਨਾਲ, ਤੇ ਖੀਰ 'ਤੇ ਜਾ ਕੇ ਕਿਹੋ ਜਿਹਾ ਕਰਮ ਕੀਤਾ, ਉਹਨਾਂ ਨੂੰ ਜਿੱਥੇ ਕਾਨੂੰਨ ਨੇ ਸਜ਼ਾ ਦਿੱਤੀ, ਉੱਥੇ ਲੋਕਾਂ ਦੀਆਂ ਨਜ਼ਰਾਂ 'ਚ ਵੀ ਉੱਠਦੇ। ਜਿਨ੍ਹਾਂ ਨੂੰ ਕਿਸੇ ਸਮੇਂ ਲੋਕਾਂ ਨੇ ਰੱਬ ਕਰਕੇ ਵੀ ਪੂਜਿਆ ਜਾਂ ਬੜਾ ਉਹਨਾਂ ਦਾ ਸਤਿਕਾਰ ਵੀ ਸੀ, ਪਰ ਇਹੋ ਜਿਹੇ ਕਰਮ ਕਰਕੇ ਗਏ, ਉਹਨਾਂ 'ਚ ਔਗਣ ਵੀ ਹੁੰਦੇ ਹੈ। ਰੱਬ 'ਚ ਗੁਣ ਹੀ ਉਹਦੇ 'ਚ ਅਵਗੁਣ ਹੁੰਦੀ ਹੈ। ਤੇ ਗੁਣ ਇੰਨੇ ਕੁ ਹੈ ਜਿਹੜੇ ਬਿਆਨ ਨਹੀਂ ਕੀਤੇ ਜਾ ਸਕਦੇ, ਜਿਨ੍ਹਾਂ ਨੂੰ ਕਿਸੇ ਤਰੀਕੇ ਨਾਲ ਵੀ ਗਾਇਆ ਨਹੀਂ ਜਾ ਸਕਦਾ, ਕਹਿਆ ਨਹੀਂ ਜਾ ਸਕਦਾ, ਲਿਖਿਆ ਨਹੀਂ ਜਾ ਸਕਦਾ। ਉਹਦੇ ਗੁਣਾਂ ਦਾ ਵਰਣਨ ਨਹੀਂ ਕੀਤਾ ਜਾ ਸਕਦਾ। ਮਹਾਰਾਜ ਕਹਿੰਦੇ ਹਾਂ, ਹਰ ਕੇ ਨਾਮ ਕੇ ਵਿਆਪਾਰੀ, ਜਿਹੜੇ ਨਾਮ ਦੇ ਵਪਾਰੀ ਬਣ ਗਏ ਨਾ, ਅਮੁੱਲ ਵਪਾਰ, ਜਿਨ੍ਹਾਂ ਨੇ ਵਣਜ ਕੀਤਾ ਗੁਣਾਂ ਦਾ, ਮਹਾਰਾਜ ਕਹਿੰਦੇ ਅੰਤ ਉਹਨਾਂ ਦਾ ਵੀ ਨਹੀਂ ਪਾਇਆ ਜਾ ਸਕਦਾ। ਉਹ ਵੀ ਅਮੁੱਲ ਹੈ। ਅਸਲ ਦੇ ਅੰਦਰ ਜਿਹੜਾ ਅਮੁੱਲ ਸ਼ਬਦ ਹੈ ਨਾ, ਕਈ ਵਾਰੀ ਨਾ ਕੋਈ ਚੀਜ਼ ਇਹੋ ਜਿਹੀ ਹੁੰਦੀ ਹੈ ਵੀ ਜਿਹਦਾ ਮੁੱਲ ਨਹੀਂ ਪੈਂਦਾ। ਉਦਾਹਰਨ ਦੇ ਤੌਰ 'ਤੇ ਮੰਨ ਲਓ ਵੀ ਕਿਸੇ ਦੇ ਘਰੇ ਕੋਈ ਰੱਦੀ ਜੁੜੀ ਹੋਈ ਹੈ, ਕਚਰਾ ਜੁੜਿਆ ਹੋਇਆ, ਤੇ ਆਪਾਂ ਵੈਸੇ ਹੀ ਦੇ ਦਿੰਦੇ ਭਾਈ, ਇਹਦਾ ਕੋਈ ਮੁੱਲ ਨਹੀਂ। ਇੱਕ ਹੁੰਦਾ ਵੀ ਬਹੁਤ ਮਹਿੰਗੀ ਕੋਈ ਚੀਜ਼ ਹੋਵੇ, ਬਹੁਤ ਜ਼ਿਆਦਾ, ਉਹਦਾ ਵੀ ਮੁੱਲ ਤਾਰਿਆ ਜਾ ਸਕਦਾ। ਇਹ ਦੋਵਾਂ ਚੀਜ਼ਾਂ ਦੇ ਵਿਚਲੀ ਗੱਲ ਹੈ ਜਿਹਨੂੰ ਮੁੱਲ ਕਿਹਾ ਗਿਆ। ਤੇ ਜਿਸ ਚੀਜ਼ ਦਾ ਮੁੱਲ ਪੈਂਦਾ ਹੈ ਨਾ, ਉਹ ਚੀਜ਼ ਸਥਿਰ ਨਹੀਂ ਜੇ ਰਹਿੰਦੀ। ਜਿਹਦਾ ਮੁੱਲ ਪੈ ਗਿਆ ਉਹ ਚੀਜ਼ ਨਾਸ਼ਵੰਦ ਹੈ। ਅਮੁੱਲ ਉਹ ਹੈ ਜਿਹਦਾ ਮੁੱਲ ਪਾਇਆ ਹੀ ਨਹੀਂ ਜਾ ਸਕਦਾ, ਜਿਹਦਾ ਕੋਈ ਪਾਰਲਾ ਉਰਲਾ ਪਾਸਾ ਹੈ ਹੀ ਨਹੀਂ ਹੈ, ਜਿਹਨੂੰ ਅਸੀਂ ਬੇਅੰਤ ਕਿਹਾ। ਅਮੁੱਲੋ ਅਮੁੱਲ, ਅੱਗੇ ਸਾਰੇ ਪੈਸੇ ਆਪਾਂ ਪੜ੍ਹਦੇ ਵੀ ਆਖਿਆ ਨਾ ਜਾਏ, ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਮਹਾਰਾਜ ਨੇ ਜਿੱਥੇ ਰੱਬ ਦੇ ਗੁਣਾਂ ਦੀ ਗੱਲ ਕੀਤੀ, ਵਪਾਰ ਕਰਨ ਵਾਲਿਆਂ ਦੀ ਵੀ ਗੱਲ ਕੀਤੀ ਹੈ। ਕਹਿੰਦੇ ਜਿਹੜੇ ਨਾਮ ਜਪਦੇ ਨਾ, ਅਸਲ ਦੇ ਅੰਦਰ ਨਾ ਗੁਰਮੁਖ ਹੋ, ਅਸੀਂ ਕਿਸੇ ਚੀਜ਼ ਨਾਲ ਉਹਨੂੰ ਖਰੀਦ ਨਹੀਂ ਸਕਦੇ। ਮੁੱਲ ਹੈ ਨਾ, ਰੱਬ ਦਾ ਪ੍ਰੇਮ ਖਰੀਦਿਆ ਨਹੀਂ ਜਾਂਦਾ। ਚਲੋ ਆਪਾਂ ਗੁਰੂ ਸਾਹਿਬ ਤੋਂ ਪੁੱਛੀਏ ਵੀ ਅਸੀਂ ਤੁਹਾਨੂੰ ਪ੍ਰਾਪਤ ਕਰਨਾ ਹੈ ਤੇ ਕਿਵੇਂ ਹੋਵੋਗੇ। ਤੇ ਮਹਾਰਾਜ ਨੇ ਬਚਨ ਕਹੇ ਨੇ ਵੀ
ਨਾ ਤੂੰ ਆਵੇਂ ਵਸ ਬਹੁਤ ਘਨਾਵਣੇ, ਨਾ ਤੂੰ ਆਵੇਂ ਵਸ ਵੇਦ ਪੜਾਵਣੇ, ਨਾ ਤੂੰ ਆਵੇਂ ਵਸ ਤੀਰਥ ਨਹਾਈਐ, ਨਾ ਤੂੰ ਆਵੇਂ ਵਸ ਧਰਤੀ ਧਾਈਐ, ਨਾ ਤੂੰ ਆਵੇਂ ਵਸ ਕਿਤੇ ਸਿਆਣਪੈ, ਨਾ ਤੂੰ ਆਵੇਂ ਵਸ ਬਹੁਤਾ ਦਾਨ ਦੇ, ਸਭ ਕੋ ਤੇਰੇ ਵਸ ਅਗਮ ਅਗੋਚਰਾ, ਤੂੰ ਭਗਤਾਂ ਕੇ ਵਸ ਭਗਤਾਂ ਤਾਨ ਤੇਰਾ। ਹੁਣ ਦਾਨ ਬਹੁਤਿਆਂ ਨੇ ਕੀਤਾ ਹੋਏਗਾ, ਤੀਰਥਾਂ ਤੇ ਬਹੁਤੇ ਗਏ ਹੋਣਗੇ, ਪਾਠ ਬਹੁਤਿਆਂ ਨੇ ਕੀਤੇ ਹੋਣਗੇ, ਸਾਰਾ ਕੁਝ, ਪਰ ਭਗਤੀ ਕਿਹਨੇ ਕੀਤੀ ਹੈ? ਵਸ ਜੋ ਭਗਤਾਂ ਦੇ ਮਹਾਰਾਜ ਨੇ ਲਿਖਿਆ, ਭਗਤੀ ਕਿਹਨੇ ਕੀਤੀ ਹੈ? ਜਦ ਇੱਕ ਸ਼ਬਦ ਪੜ੍ਹਦੇ ਹਾਂ ਵੀ ਕੰਚਨ ਸਿਉ ਪਾਈਐ ਨਹੀਂ ਤੋਲ, ਸੋਨਾ ਦੇ ਕੇ ਉਹਦਾ ਤੋਲ ਨਹੀਂ, ਵੀ ਉਹਦਾ ਮੁੱਲ ਨਹੀਂ ਧਾਰਿਆ ਜਾ ਸਕਦਾ, ਤੇ ਫਿਰ ਮਿਲੇਗਾ ਕਿਵੇਂ? ਮਨ ਦੇ ਰਾਮ ਦਿਆ ਹੈ ਮੋਲ, ਰਾਮ ਨੂੰ ਮੁੱਲ ਲੈ ਲਿਆ ਦਿੱਤਾ ਕਿ ਮਨ ਰਾਮ ਦਿਸਦਾ? ਬਿਲਕੁਲ ਨਹੀਂ, ਰਾਮ ਤੇ ਰਮਿਆ। ਤੇ ਜੋ ਅਸੀਂ ਦਿੱਤਾ ਹੈ ਕਿ ਉਹ ਦਿਸਦੀ ਹੈ ਚੀਜ਼, ਅਸੀਂ ਕੀ ਦਿੱਤਾ? ਮਨ, ਤੇ ਮਨ ਵੀ ਨਹੀਂ ਦਿਸਦਾ। ਚੀਜ਼ ਉਹ ਉਸ ਤਰੀਕੇ ਨਾਲ ਮਿਲਦੀ ਹੈ ਜਿਸ ਹੁਣ ਨਾ ਤੇ ਮਨ ਦਿਸਿਆ, ਵੇਚਿਆ ਕਿ ਮਨ ਕੰਚਨ ਨਾਲ ਤੇ ਮਿਲਿਆ ਹੀ ਨਹੀਂ। ਕੋਈ ਆਖੇ ਵੀ ਮੈਂ ਆ ਜ਼ਮੀਨ ਜਿਹੜੀ ਹੈ ਉਹ ਕਿਸੇ ਧਾਰਮਿਕ ਸਥਾਨ ਨੂੰ ਮਸੀਤ ਬਣਨੀ ਹੈ, ਮੰਦਰ ਬਣਨਾ, ਗੁਰਦੁਆਰਾ ਬਣਨਾ, ਮੈਂ ਦਾਨ ਦੇ ਦੇਣਾ, ਤੇ ਰੱਬ ਸ਼ਾਇਦ ਉਹਦਾ ਪਿਆਰ ਤੇ ਦਾ ਰੱਬ ਮੈਨੂੰ ਮਿਲ ਜਾਏਗਾ। ਮਹਾਰਾਜ ਕਹਿੰਦੇ ਨਹੀਂ, ਨਾ ਤੂੰ ਆਵੇਂ ਬਸ ਬਹੁਤਾ ਦਾਨ ਦੇ। ਹਾਂ, ਅਸੀਂ ਕਿਸੇ ਦੀ ਮਦਦ ਕਰਦੇ ਉਹਦੀ ਖੁਸ਼ੀ ਲੈ ਸਕਦੇ। ਤੁਸੀਂ ਕਹਿੰਦੇ ਬੱਚੇ ਦੀ ਫੀਸ ਤਾਰ ਦਿਓ, ਤੁਹਾਨੂੰ ਖੁਸ਼ੀ ਮਿਲੇਗੀ, ਤੁਹਾਡੀ ਰੂਹ ਨੂੰ ਸਕੂਨ ਮਿਲੇਗਾ, ਰੱਬ ਨਹੀਂ ਮਿਲਣਾ ਇਸ ਤਰੀਕੇ ਨਾਲ। ਰੱਬ ਰਮਿਆ, ਪਰ ਮਹਾਰਾਜ ਦੇ ਨਾਲ ਬਚਨੇ ਵੀ ਕਹੇ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਪਾਠ ਕਰਦੇ ਨਾ, ਸਾਰੇ ਬਚਨ ਫਿਰ ਸਾਡੇ ਸਾਹਮਣੇ ਆਉਂਦੇ ਆ। ਮਹਾਰਾਜ ਕਹਿੰਦੇ ਰੱਬ ਨੂੰ ਲੋਕਾਂ ਨੇ ਖਪਾਉਣਾ ਸਮਝ ਲਿਆ, ਜਦੋਂ ਜੀ ਕੀਤਾ ਜਪ ਲਿਆ, ਜਦੋਂ ਜੀ ਕੀਤਾ ਉਹਦੇ ਮਨ ਵੇਚਣਾ ਪੈਂਦਾ। ਜਦੋਂ ਮਨ ਵਿਕ ਗਿਆ ਫਿਰ ਤੇ ਮਨ ਸਾਡੇ, ਫਿਰ ਮਨ ਦੇ ਫੁਰਨੇ ਤੇ ਖਤਮ ਨਹੀਂ ਹੈ ਨਾ, ਮਨ ਦੇ ਹੀ ਦਿੱਤਾ। ਅਸ਼ਟਾਵਕਰ ਉਹ ਜਨਕ ਰਾਜਾ ਕਹਿੰਦਾ ਮੈਨੂੰ ਗਿਆਨ ਕਰਾ, ਉਹ ਕਹਿੰਦਾ ਜੀ ਫਿਰ ਦਖੜਾ ਦੇਣੀ ਪੈ ਗਈ। ਕਹਿੰਦਾ ਜੀ ਦੱਸੋ, ਕਹਿੰਦਾ ਜਾਂ ਮਨ ਜਾਂ ਤਨ ਜਾਂ ਧਨ। ਉਹਨੇ 3 ਚੀਜ਼ਾਂ ਮੰਗੀਆਂ, ਕਹਿੰਦਾ 3 ਚੀਜ਼ਾਂ ਚੋਂ ਇੱਕ ਚੀਜ਼ ਹੀ ਦੇ ਦਿਓ। ਉਹ ਕਹਿੰਦਾ ਵੀ ਮੈਨੂੰ ਗਿਆਨ ਘੋੜੇ ਤੇ ਚੜ੍ਹਨ ਦੇ ਸਮੇਂ ਵਿੱਚ, ਘੋੜੇ ਤੇ ਚੜ੍ਹਨ ਲੱਗਿਆ, ਕਾਠੀ ਤੇ ਬੈਠਣ ਲੱਗਿਆ ਕਿੰਨਾ ਕੁ ਸਮਾਂ ਲੱਗਦਾ, ਇੰਨੇ ਸਮੇਂ 'ਚ ਗਿਆਨ ਅਸ਼ਟਾਵਕਰ ਕਹਿੰਦੇ ਕਰਾ ਦਿੰਦੇ ਆ। ਕਹਿੰਦਾ ਜੀ ਪਹਿਲਾਂ ਦੱਸੋ ਮਨ ਜੋ ਕਿ ਧਨ ਕੇ ਤਨ। ਘਰੇ ਜਾਂਦਾ ਆਪਣੇ ਘਰਦਿਆਂ ਨਾਲ ਸਲਾਹ ਕਰਦਾ ਕੋਈ ਭੇਟਾ ਦੇਣੀ ਹੈ, ਕੀ ਦਈਏ? ਕਹਿੰਦੇ ਜੀ ਇਹ ਤਨ ਦੇ ਦਿੱਤਾ ਤੇ ਫਿਰ ਤੇ ਕੀ ਪਤਾ ਤੁਹਾਨੂੰ ਕਿੱਥੇ ਲਈ ਫਿਰੇ, ਤਨ ਉਹਦੇ ਵੱਸ ਹੋ ਜਾਣਾ। ਜੇ ਧਨ ਦੇ ਦਿੱਤਾ ਤੇ ਕੰਗਾਲ ਹੋ ਜਾਵਾਂਗੇ। ਤੁਸੀਂ ਕਹੋ ਵੀ ਮਨ ਦੇ ਦਿੰਦੇ ਆ, ਤੇ ਮਨ ਕਿਹੜਾ ਵਿੱਚੋਂ ਕੱਢ ਕੇ ਲੈ ਚੱਲਿਆ, ਮਨ ਕਿਹੜਾ ਦਿਸਦਾ ਹੈ? ਅਸ਼ਟਾਵਕਰ ਨੂੰ ਕਹਿੰਦਾ ਜੀ ਮੈਨੂੰ ਗਿਆਨ ਕਰਾਓ, ਤੁਹਾਨੂੰ ਮਨ ਦੇ ਦਿਆਂਗਾ। ਹੁਣ ਕਹਿੰਦਾ ਜੀ ਆਓ ਫਿਰ ਗਿਆਨ ਕਰਾ ਦਿੰਦੇ ਆ। ਤੇ ਕਹਿੰਦਾ ਜੀ ਮੈਂ ਘੋੜੇ ਤੇ ਚੜ੍ਹਨ ਲੱਗਾ, ਤੁਸੀਂ ਕਰਾਓ। ਅਸ਼ਟਾਵਕਰ ਕਹਿੰਦਾ ਘੋੜੇ ਤੇ ਚੜ੍ਹਨਾ ਹੀ ਨਹੀਂ ਹੈ। ਕਹਿੰਦਾ ਜੀ ਆਪਣੀ ਗੱਲ ਹੋਈ ਸੀ ਘੋੜੇ ਤੇ ਚੜ੍ਹਦਿਆਂ, ਕਹਿੰਦੇ ਉਦੋਂ ਤੁਹਾਡਾ ਮਨ ਤੁਹਾਡੇ ਕੋਲ ਸੀ, ਜਦੋਂ ਆਪਣੀ ਗੱਲ ਹੋਈ ਹੁਣ ਤੁਹਾਡਾ ਮਨ ਮੇਰੇ ਕੋਲ ਹੈ। ਹੁਣ ਮੈਂ ਚਾਹਾਂਗਾ ਤੂੰ ਘੋੜੇ ਤੇ ਚੜ੍ਹੇਗਾ, ਜੇ ਮੈਂ ਚਾਹਾਂਗਾ ਤੂੰ ਨਹੀਂ ਚੜ੍ਹੇਗਾ। ਘੋੜੇ ਤੇ ਚੜ੍ਹਨਾ ਹੀ ਨਹੀਂ ਹੈ ਕਿਉਂਕਿ ਤੇਰਾ ਮਨ ਮੇਰੇ ਕੋਲ ਹੈ। ਰੱਬ ਉਹਦਨ ਮਿਲਣਾ ਜਿੱਦਣ ਮਨ ਭੇਟਾ ਕਰਦਾ ਹੈ। ਗੁਰੂ ਸਾਹਿਬ ਰੱਬ ਵੀ ਨਹੀਂ ਦਿਸਦਾ, ਮਨ ਵੀ ਨਹੀਂ ਦਿਸਦਾ, ਤੇ ਰੱਬ ਮਨ ਭੇਟਾ ਕਿਤੇ ਮਿਲਦਾ ਹੈ। ਅਮੁੱਲ ਗੁਣ ਅਮੁੱਲ ਵਪਾਰ ਹੈ, ਵਪਾਰ ਕਰਨ ਵਾਲੇ ਵੀ ਅਮੁੱਲ ਹੈ। ਆਪਣਾ ਆਪ ਸਮਰਪਿਤ ਕਰਨਾ ਪੈਂਦਾ, ਜਾਂ ਮਨ, ਜਾਂ ਇੱਥੇ ਮਨ ਦੀ ਗੱਲ ਹੈ ਜਾਂ ਅਸੀਂ ਸਿਰ ਦੇਣ ਦੀ ਗੱਲ ਕਰਦੇ ਹਾਂ। ਸਤਿਗੁਰ ਅੱਗੇ ਸੀਸ ਭੇਟ ਦਿਓ, ਸੀਸ ਭੇਟਾ ਵੀ ਆਪਣੇ ਆਪ ਨੂੰ ਸਮਰਪਿਤ ਕਰਨਾ ਹੀ ਹੈ। ਮੰਨ ਲਓ ਬੂੰਦ ਕਹਿੰਦੀ ਹੈ ਅਸਾਗਰ ਦਾ ਮੈਂ ਅੰਤ ਪਾਉਣਾ ਹੈ, ਤੇ ਰੱਬ ਨੇ ਬੂੰਦ ਨੂੰ, ਸਮੁੰਦਰ ਨੇ ਬੂੰਦ ਨੂੰ ਕਿਹਾ, ਸਮੁੰਦਰ ਦਾ ਕਹਿੰਦੀ, ਸਮੁੰਦਰ ਨੇ ਕਿਹਾ ਮੈਨੂੰ ਆਪਣਾ ਸਿਰ ਭੇਟਾ ਕਰ, ਤੇ ਬੂੰਦ ਨੇ ਕੀ ਕੀਤਾ? ਸਮੁੰਦਰ 'ਚ ਡਿੱਗ ਪਈ, ਕਹਿੰਦੀ ਲੈ ਮੇਰਾ ਸਿਰ ਭੇਟਾ ਹੈ। ਹੁਣ ਉਹਨੇ ਸਿਰ ਭੇਟਾ ਕੀਤਾ, ਉਹਦੇ ਸਮੁੰਦਰ ਰੂਪ ਹੋ ਗਈ। ਹੁਣ ਬੂੰਦ ਤੇ ਬੂੰਦ ਰਹੀ ਨਹੀਂ ਹੈ। ਸਤਿਗੁਰ ਅੱਗੇ ਸੀਸ ਭੇਟ ਦਿਓ, ਸੀਸ ਭੇਟ ਕਰਨਾ ਹੀ ਤੇ ਆਪਣੇ ਆਪ ਨੂੰ ਵੇਚਣਾ ਹੈ ਗੁਰੂ ਸਾਹਿਬ ਦੇ ਕੋਲ। ਮਹਾਰਾਜ ਨੇ 5 ਸੀਸ ਮੰਗੇ ਹਨ, ਤੇ ਉਹ 5 ਫਿਰ ਗੁਰੂ ਨੂੰ ਸਮਰਪਿਤ ਹੋਏ। ਇਹ ਨਹੀਂ ਉਹਨਾਂ ਦੀ ਫਿਰ ਕੋਈ ਮਰਜ਼ੀ ਨਹੀਂ ਚੱਲੀ। ਮਹਾਰਾਜ ਕਹਿੰਦੇ ਅਮੁੱਲ ਨੂੰ ਪਾਉਣ ਵਾਸਤੇ ਸਾਨੂੰ ਉਹ ਚੀਜ਼ ਭੇਟਾ ਕਰਨੀ ਪੈਣੀ ਹੈ ਜਿਹੜੀ ਗੁਰੂ ਕਹਿੰਦਾ। ਤੇ ਗੁਰੂ ਕਹਿੰਦਾ ਮਨ ਵੇਚੇ ਸਤਿਗੁਰੂ ਕੇ ਪਾਸ, ਸਤਿਗੁਰੂ ਕਹਿੰਦਾ ਸਤਿਗੁਰ ਅੱਗੇ ਸੀਸ ਭੇਟ ਦਿਓ। ਤਾਂ ਉਹਦਾ ਆਪਣਾ ਆਪ ਸਮਰਪਿਤ ਕਰਨਾ ਪਏਗਾ ਰੱਬ ਨੂੰ ਮਿਲਣ ਵਾਸਤੇ। ਪਰ
माथे तिलक हथ माला पाना लोगन लोगन राम खिलाउणा देना। कहते कई बार वो बच्चा खेडदा ना तो वो असीं भी खेडते हैं राम के नाम नाल। जो जी किया कह लिया जी वाहिगुरू वाहिगुरू वाहिगुरू, खेडे असीं झटक तो फिर छड्ड दिता, फिर बच्चे का दिल किया खेडना, फिर असीं बैठ के खेडना। इस तरह रब नूं मिलना है, अपना आप समर्पित करना पैना रब नूं। फिर तो सुध की ना सुध रही, बोध की ना बोध, मत मैं ना मत है, वो तो फिर सारा कुछ ਇਹੋ जी अवस्था बनती है। मेरा मुझ मैं किस नहीं, ये सारिया बख्शा फिर वरतदियाँ है। जे असीं अजे मेर तेर जे ना मेरा भाई साहब जी आ तुहाडा है, तो किसी नाल असीं आटे कौली तो ही लड़ पे भी गुआढ़ियां ने आटा लिया, असीं वड्डा बर्तन लै गए, उन्होंने थोड़ा याद नहीं रहा, छोटा बर्तन तो उससे लड़ाई हो गई, कहते तुसीं लिया तो ज़्यादा ही, हजे रब बड़ी दूर है। जिदने सारा संसार अपना लगन लग पिया ना, जिदन मेरा मुझ मैं किश नहीं, जिदन बिना चौंकड़े तो अंदरों वाहिगुरू 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 रोम रोम गुरमुख रोम रोम हर ध्यावै, फिर वो रब के नेड़े जाता है मनुख, फिर वो बूंद सागर का रूप हो गई। वो जीव जिहड़ा है वो जन कह लो, सेवक कह लो, भगत कह लो, संत कह लो, फिर रब रूप हो जाता है। ਉਹਦੇ ਵਿੱਚ ਲੀਨ ਹੋਣ ਲਈ ਉਹੋ ਜਿਹਾ ਬਣਨਾ ਪੈਣਾ ਹੈ। ਮਹਾਰਾਜ ਕਹਿੰਦੇ ਵਪਾਰ ਕਰਨ ਵਾਲੇ ਵੀ ਅਮੁੱਲ ਹੈ ਭਾਈ। ਜਿਹੜਾ ਮਹਾਰਾਜ ਨੇ ਸਾਨੂੰ ਹੁਕਮ ਵੀ ਲਾਇਆ, ਵਣਜ ਕਰੋ ਵਣਜਾਰਿਓ ਵਖਰ ਲਿਓ ਸੰਭਾਲ, ਤੈਸੀ ਵਸਤ ਵਸਾਈ ਹੈ ਜੈਸੀ ਨਿਭ ਹੈ ਨਾਲ। ਮਹਾਰਾਜ ਕਹਿੰਦੇ ਉਹ ਵਸਤ ਜਿਹੜੀ ਨਾਲ ਨਿਭਣੀ ਉਹ ਮੁੱਲ ਨਹੀਂ ਖਰੀਦੀ ਜਾ ਸਕਦੀ, ਉਹ ਕਮਾਉਣੀ ਪੈਂਦੀ ਹੈ। ਧਨ ਅਸੀਂ ਕਮਾ ਕੇ ਰੱਖਿਆ, ਕਈ ਵਾਰ ਵਡੇਪੇ 'ਚ ਕੰਮ ਆਏਗਾ, ਕੀ ਪਤਾ ਵਡੇਪਾ ਸਾਡੇ 'ਤੇ ਆਉਣਾ ਵੀ ਇੱਕ ਨਹੀਂ, ਉਹਦੇ ਕੰਮ ਆਇਆ ਹੀ ਨਹੀਂ, ਉਹ ਤਾਂ ਜਿੱਥੇ ਪਿਆ ਸੀ ਉੱਥੇ ਪਿਆ ਰਹਿ ਗਿਆ। ਇਹ ਕਮਾਉਣਾ ਪੈਂਦਾ ਜਿਹੜੀ ਚੀਜ਼ ਨਾਲ ਜਾਣੀ ਹੈ। ਅਮੁੱਲ ਗੁਣ ਨੇ, ਅਮੁੱਲ ਹੀ ਵਪਾਰ ਕਰਨ ਵਾਲੇ ਹਨ। ਮਹਾਰਾਜ ਕਹਿੰਦੇ ਵਪਾਰੀਏ ਵੀ ਮੁੱਲ ਨੇ, ਜਿਹੜਾ ਵਪਾਰ ਕਰਦੇ ਨੇ, ਤੇ ਭੰਡਾਰ ਵੀ ਅੱਗੋਂ ਫਿਰ ਅਮੁੱਲ ਹੀ ਭਰੇ ਹੋਏ ਨੇ। ਭੰਡਾਰ ਭਰੇ ਭਗਤੀ ਹਰ ਤੇਰੇ, ਜਿਸ ਭਾਵੇਂ ਤਿਸ ਦਿਵਾਈ। ਉੱਥੇ ਭੰਡਾਰ ਭਰੇ, ਕਿਸੇ ਚੀਜ਼ ਦਾ ਘਾਟਾ ਨਹੀਂ ਹੈ। ਅਸਲ ਦੇ ਵਿੱਚ ਇੱਥੇ ਬੰਦਗੀ ਦੇ ਭੰਡਾਰ ਦੀ ਗੱਲ ਕੀਤੀ ਹੈ। ਚਲੋ ਦਾਤਾ ਤੇ ਸੰਸਾਰ ਦੂਸਰੀਆਂ ਵੀ ਮੰਗਦਾ ਹੈ, ਅਸੀਂ ਵੀ ਮੰਗਦੇ ਹਾਂ, ਧੰਨਵਾਦ ਚਾਹੀਦਾ ਉਹ ਵੀ ਮਿਲਦਾ ਹੈ। ਪਰ ਇੱਥੇ ਮਹਾਰਾਜ ਕਹਿੰਦੇ ਨੌ ਨਿਧ ਤੇਰੇ ਸਗਲ ਨਿਧਾਨ, ਸਾਰੇ ਖਜ਼ਾਨੇ ਮਹਾਰਾਜ ਦੇ ਕੋਲ ਹੈ। ਵਪਾਰ ਕਰਨ ਵਾਲੇ ਅਮੁੱਲ ਨੇ ਤੇ ਭੰਡਾਰ ਵੀ ਅਟੁੱਟ। ਅਮੁੱਲ ਕਹਿ ਲਓ, ਇੱਥੇ ਅਟੁੱਟ ਸ਼ਬਦ ਹੀ ਵਰਤ ਸਕਦੇ ਆ। ਉਹ ਭੰਡਾਰ ਵੀ ਭਰੇ ਹੋਏ ਬੰਦਗੀ ਦੇ। ਅਸੀਂ ਮੰਗਦੇ ਨਾ ਭਿਖਾਰੀ ਬਣ ਕੇ ਦਾਤ ਮੰਗਣੀ ਅਸੀਂ। ਸ਼ੇਖ ਫਰੀਦੇ ਖੈਰ ਦੀਜੈ ਬੰਦਗੀ, ਕਰ ਕਾਸਾ ਦਰਸ਼ਨ ਕੀ ਭੂਖ, ਮੈਂ ਦਰ ਮੰਗੋ ਨੀਤਾ। ਨਿਤ ਨਿਤ ਤਰਲੇ ਲੈਂਦਾ ਮਨੁੱਖ, ਸੱਚ ਜਾਣੋ ਜਿਹਦੇ ਅੰਦਰ ਤੜਫ ਪੈਦਾ ਹੋ ਜਾਂਦੀ ਨਾ, ਵਿਰਾਗ ਪੈਦਾ ਹੋ ਜਾਂਦਾ ਹੈ, ਉਹ ਫਿਰ ਤੜਫਦਾ ਹੈ ਵੀ ਮੈਨੂੰ ਕਦੋਂ ਦਰਸ਼ਨ ਹੋਣਗੇ। ਤੇ ਹੁੰਦੇ ਵੀ ਹੈ। ਫਿਰ ਜਦੋਂ ਅੰਦਰੋਂ ਤੜਫ ਪੈਦਾ ਹੁੰਦੀ ਹੈ ਨਾ, ਪਿਆਸ ਲੱਗੀ ਕਿਸੇ ਨੂੰ, ਜਦੋਂ ਪਿਆਸ ਜ਼ੋਰਾਂ 'ਤੇ ਲੱਗਦੀ, ਫਿਰ ਕਿਸੇ ਨਾ ਕਿਸੇ ਤਰੀਕੇ ਨਾਲ ਪਾਣੀ ਦੀ ਭਾਲ ਕਰ ਹੀ ਲੈਂਦਾ, ਮਿਲ ਵੀ ਜਾਂਦਾ ਹੈ, ਕੋਸ਼ਿਸ਼ ਕਰਨ ਵਾਲਿਆਂ ਨੂੰ ਮਿਲਦਾ ਹੈ। ਅਤੇ ਮਹਾਰਾਜ ਕਹਿੰਦੇ ਇਸ ਤਰ੍ਹਾਂ ਭਾਈ ਉਹਦੇ ਅੰਦਰ ਭੰਡਾਰ ਬੰਦਗੀ ਦੇ ਨਾਮ ਦੇ ਭਰੇ ਹੋਏ ਨੇ, ਅਤੇ ਵਪਾਰੀ ਵੀ ਅਮੁੱਲ ਨੇ ਜਿਹੜੇ ਨਾਮ ਦਾ ਵਪਾਰ ਕਰਨ 'ਚ ਲੱਗੇ ਹੋਏ ਹਨ। ਮਹਾਰਾਜ ਕਹਿੰਦੇ ਬੜੇ ਆਏ ਤੇ ਬੜੇ ਅਮੁੱਲ ਲੈ ਜਾਹੇ, ਕਹਿੰਦੇ ਲੈ ਕੇ ਚਲੇ ਵੀ ਗਏ। ਜਾਂ ਅਮੁੱਲ ਆਵਹਿ ਅਮੁੱਲ ਲੈ ਜਾਹੇ। ਮਹਾਰਾਜ ਕਹਿੰਦੇ ਹੈ ਵੀ ਬਹੁਤ ਆਏ ਚਲੇ ਗਏ ਲੈ ਕੇ, ਬਹੁਤ ਲੈ ਕੇ ਜਾਣਗੇ ਜਿਹੜੇ ਵਪਾਰ ਕਰਦੇ ਆ। ਇਹ ਨਹੀਂ ਹੈਗਾ ਵੀ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਸਾਲਸਰਾਏ ਜੋੜੀ ਨੂੰ ਵਾਰ-ਵਾਰ ਕਈ ਵਾਰੀ ਇੱਕ ਗੱਲ ਰਿਪੀਟ ਕਰਨੀ ਪੈਂਦੀ ਹੈ। ਮਹਾਰਾਜ ਕਹਿੰਦੇ ਇਸ ਦੁਨਿਆਵੀ ਹੀਰੇ ਦਾ ਸਾਡੀਆਂ ਨਜ਼ਰਾਂ 'ਚ ਕੋਈ ਮੁੱਲ ਨਹੀਂ ਹੈ। ਨਾਮ ਦਾ ਵਪਾਰੀ ਬਣ, ਉਹਦੇ ਗੁਣਾਂ ਦਾ ਵਪਾਰ ਕਰ। ਬੜੇ ਆਏ ਤੇ ਬੜੇ ਲੈ ਕੇ ਚਲੇ ਗਏ ਭਾਈ, ਉਹਨਾਂ ਨੇ ਨਾਮ ਦਾ ਵਪਾਰ ਕੀਤਾ ਜੀ। ਅਮੁੱਲ ਭਾਈ ਅਮੁੱਲਾ ਸਮਾਏ, ਅਮੁੱਲ ਹੀ ਉਹਨੂੰ ਪਿਆਰ ਕਰਨ ਵਾਲੇ ਨੇ। ਭਾਈ ਦਾ ਅਰਥ ਇੱਥੇ ਪਿਆਰ ਹੈ। ਅਮੁੱਲਾ ਸਮਾਏ, ਅਮੁੱਲ ਜਿਹੜੇ ਨੇ ਉਹ ਸਮਾ ਚੁੱਕੇ ਨੇ ਰੱਬ ਦੇ ਅੰਦਰ। ਉਦਕ ਸਮੁੰਦ ਸਲਲ ਕੀ ਸਾਖਿਆ,
नदी तरंग सुमावेंगे, सुनने सुन मिलिया समदर्शी, पवन रूप होए जावे जाहेंगे, बहुड़ हम काहे आवेंगे, आमन जाना हुक्म तिसे का हुक्म मुझ समावेंगे। समागम के अंदर अनेका रब को प्यार करने वाले बैठे हैं। कदे ये गल नहीं कि साढ़े धर्म च ही लोग प्यार करते रब को बड़ा, हरेक धर्म के अंदर बहुत रब नाल प्रेम करने वाले बैठे हैं। अमुल वो भी ने, इतने उन्होंने मुल कहा गया, अमुल पाए जायदार थे भी करते जोड़े रब को पा गए वो अमुल बन गए, उन्होंने भी मुल नहीं पाया किसी ने। ये पाए का अर्थ प्रेम किए भाई साहब ने, कहते जी वो जोड़े उन्होंने प्रेम करते हो मुल है, तो अमुल के समा जाते, जपद्या जपद्या मनुख वो समा जाता है। दास ने पहला बेनती की बूंद सागर रूप हो गई, मनुख रब रूप हो जाता है, अंतर कोई नहीं रहता। महाराज कहते हो भी अमुल सन जोड़े समा चुके हैं, उन्होंने जप जप के अमुल धर्म अमुल दीवान, ਉਹਦਾ ਅਮੁੱਲ ਕਾਨੂੰਨ ਜਿਵੇਂ ਉਹਨੇ ਸ੍ਰਿਸ਼ਟੀ ਨੂੰ ਬੰਨਿਆ ਹੋਇਆ ਆਪਣੇ ਨਿਯਮ ਦੇ ਅੰਦਰ, ਅਮੁੱਲ ਦੀਵਾਨਦਾਰ ਦੇ ਇੱਥੇ ਦੀਵਾਨ ਆ ਜਿਹੜਾ ਤਖਤ ਸਜਦਾ ਹੈ, ਦੀਵਾਨਦਾਰ ਦਾ ਵੀ ਉਹ ਰਾਜਾ ਨਾਲ ਆਪਣੀ ਸਭਾ ਲਾ ਕੇ ਬੈਠਦਾ ਹੈ। ਬਸ ਉਹੀ ਕਿਹਾ ਗਿਆ, ਕਹਿੰਦੇ ਮਹਾਰਾਜ ਮੁੱਲ ਦੀਵਾਨ ਹੈ, ਤੇਰਾ ਦਰਬਾਰ ਮੁੱਲ ਹੈ, ਤੇ ਅਮੁੱਲੀ ਧਰਮ ਹੈ, ਕਾਨੂੰਨ ਨਿਯਮ ਵੀ ਅਮੁੱਲ ਹੈ। ਇਹ ਵੀ ਨਹੀਂ ਨਾ रब ने निजमां च बन्निया होया सारिਆਂ ਨੂੰ। वैसे मनुख कहने च नहीं है, बाकी सब कुछ उस तरह ही चल रहा जो रब जिवें उन्होंने करा रहा। पशु पंछी है उस तरह ही चल रहे हैं जिवें एक मनुख है जो रब की रजा तो उल्ट चलते हैं, तो सारे रब की जिन्ने दरिया ने, सूरज है, चंद है, धरती है, पानी है, वो हुक्म च बधे ने, तो वो कार कर रहे हैं। मनुख बागी हो जाता हो, बस दुखों का कारण नहीं वड्डा है भी अं निजमां तो उल्ट मान लो किसी ने इतों दिल्ली जाना है, जो आप उधरा होकर चलेगा वो निजमां की पालना, ट्रैफिक निजमां की पालना नहीं करेगा, कितनी मुश्किलों रस्ते च आउणगे, किसी को मारेगा भी ਜਾਂ मरेगा किसी के नाल बच के। मुश्किल ना जोड़ा बेनिजमा जीवन है, ਜਾਂ ਇਹਦਾ अर्थ ਅਸੀਂ कर सकते, एक ਹੁੰਦਾ ताल, एक ਹੁੰਦਾ बेताला। रागी सिंह कीर्तन करके गए हैं, गाउण वाले को ताल की सोची है, बजाउण वाला वो ताल चंगी तरह बजा रहे, सुनने वाले को रस है। एक होंगे ताल च चलना, ताल च दर्द होंगे हुक्म च चलना, एक होंगे बेताला आप उधरा जा जीवन जिउणा। दो खो भोगते हैं जोड़े आप उधरा जीवन जिउंदे हैं। तुसीं गुरु साहिब नाल जुड़ो, पुछ के चलिओ, जे गुरु साहिब को पुछ के निजमां च रह के जीवन जिओगे, तुहाडे जीवन च कोई दुख आएगा ही नहीं। तुहानूं गुरु कंप्लीट करके इत्थों ਤੋਰੇਗਾ। मान लो कोई बंदा किसी अफसर को जाता है, कहता जी मैं दिल्ली जाना है, तो मैं नाल अपना लाइसेंस मैं अपने हिफाजत वास्ते मैनू नाल रफल भी चाहिए या रिवाल्वर चाहिए। फिर वो सियाणा बंदा कहेगा भाई साहब जी दिल्ली चलो, एक लाइसेंस नाल लैके चलिओ, एक ड्राइविंग लाइसेंस लैके चलिओ, तुहाडे वो गड्डी का जिहड़ा प्रदूषण वो सारा ठीक होना चाहिए, तुहाडी RC सारा बीमा जो क्लीयर होना चाहिए। सियाणा बंदा असीं गुरु को इस वास्ते आने हैं, ये सुखी जीवन जिउणा है ना, तो तेनों हुक्म च आउणा पएगा। फिर चल गुरु साहिब के आगे लग, फिर कोई दुख नहीं, रस्ते च कोई नहीं तुहानूं रोकेगा, फिर तो अपनी मंजिल ते बड़ी जल्दी और बड़े सौखे तरीके नाल पहुँचोगे। तो जो साढ़े को निजम ही कोई नहीं है, कानून च असीं चलते ही नहीं है, तो आप उधर इधर उधर को निकलते हैं, फिर तो सतगुरु कहते बड़िया मुश्किल ने, मंजिल पर भी नहीं मनुख पहुँचता है। गुरु रस्ता दसदा रब नूं मिलदा, ते नाल ये भी दसदा इस तरह चलेगा तो जल्दी भी पहुँचेगा और तेनू रस्ते च रोकेगा भी कोई नहीं। जिहड़े निजम च कानून च चलते हैं भाई वो जल्दी अपनी मंजिल पर पहुँच जाते हैं, उस दरबार च पहुँच जाते हैं। अगले अगले शब्द च दरबार ही शब्द आना है, वो घर ही आना जिथे पहुँचना है। महाराज कहते तेरा दरबार भी अमुल है, तेरे निजम भी अमुल 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 तोलदार ते तकड़ी है, अमुल परवानदार ते वटे आ। कहते तेरी तकड़ी जिन्ना साढ़े कर्म तोले जाने हैं जी, उस तकड़ी की गल कर रहे हैं गुरु साहिब जी। अज यहो जिहा जीवन ना जोईए, फरीदा जे तू अकल लतीफ काले लेखना लेख, जिन्नी कमी नाहे गुण ते कमड़े विसार। एक एक गल का तेरे तो हिसाब किताब मंगया जाना।
ਆਪਣੇ ਗਵਾਂਢੀਆਂ ਦਾ ਬੁਰਾ ਨਾ ਸੋਚ ਵੀ ਇਹਦਾ ਘਰ ਢਹਿ ਜੇ ਤੇ ਮੇਰਾ ਘਰ ਨਵਾਂ ਪੈ ਜੇ, ਆ ਹੋ ਗਿਆ, ਉਹਦੇ ਇੱਕ ਇੱਕ ਗੱਲ ਦਾ ਹਿਸਾਬ ਕਿਤਾਬ ਤੇਰੇ ਤੋਂ ਉੱਥੇ ਲਿਆ ਜਾਣਾ। ਤੁਰੇ ਆਉਂਦੇ ਤੁਰੇ ਜਾਂਦੇ ਅਸੀਂ ਹੋਰ ਬੁਰਾ ਸੋਚਦੇ ਹਾਂ। ਮਹਾਰਾਜ ਕਹਿੰਦੇ ਨਾ ਕਰ ਐਸਾ, ਉਹਦੀ ਤਕੜੀ 'ਚ ਉਹ ਤੈਨੂੰ ਬੈਠਣਾ ਹੀ ਪੈਣਾ, ਤੇਰੇ ਕਰਮ ਉਹਨੇ ਤੋਲਣੇ ਆ। ਅਮੁੱਲ ਤੁੱਲ ਤਕੜੀ, ਅਮੁੱਲ ਪ੍ਰਵਾਨ ਵਟੇ। ਆਪ ਜੀ ਨਾ ਬੇਰ ਸਾਹਿਬ ਜਾਂਦੇ ਹੋ, ਹੱਟ ਸਾਹਿਬ ਗੁਰਦੁਆਰਾ ਹੈ, ਮੇਰੇ ਭਾਈ ਸਾਹਿਬ ਜੀ ਉੱਥੇ ਰਹਿੰਦੇ ਨੇ, ਬਿਲਕੁਲ ਹੱਟ ਸਾਹਿਬ ਦੀ ਕੰਧ ਨਾਲ ਕੰਧ ਉਹਨਾਂ ਦੀ ਸਾਂਝੀ ਹੈ। ਤੇ ਜਦੋਂ ਦਾਸ ਕਿਤੇ ਉੱਥੇ ਜਾਂਦਾ ਹੈ, ਉਹ ਹੱਟ ਸਾਹਿਬ ਗੁਰਦੁਆਰੇ ਦੇ ਦਰਸ਼ਨ ਤੇ ਜ਼ਰੂਰ ਕਰੀਦੇ ਨੇ। ਉੱਥੇ ਵੱਟੇ ਪਏ ਨੇ, ਉਹ ਵੱਟੇ ਜਦੋਂ ਅਸੀਂ ਜਾਂਦੇ ਹਾਂ ਨਾ, ਉਹ ਵੱਟਿਆਂ ਨੂੰ ਅਸੀਂ ਇਕੱਲਾ ਵੇਖਣਾ ਹੀ ਨਹੀਂ ਹੈ, ਉਸ ਵੱਟਿਆਂ ਦੇ ਦਰਸ਼ਨ ਕਰਕੇ ਅਸੀਂ ਇਹ ਇੱਕ ਉਪਦੇਸ਼ ਦ੍ਰਿੜ ਕਰਨਾ ਹੈ। ਮਹਾਰਾਜ ਨੇ ਇਹਦੇ ਨਾਲ ਜੇ ਤੇਰਾ ਤੇਰਾ ਕਹਿ ਕੇ ਤੋਲਿਆ ਨੇ ਤੇ ਘਾਟਾ ਕੋਈ ਨਹੀਂ ਪਿਆ ਮਹਾਰਾਜ ਨੂੰ। ਇਸ ਵੱਟਿਆਂ ਨੂੰ ਵੇਖਣ ਵਾਲਿਆਂ, ਵੱਟਿਆਂ ਤੇਰਿਆਂ 'ਚ ਵੀ ਸੱਚ ਹੋਣਾ ਚਾਹੀਦਾ। ਜੇ ਤੈਨੂੰ ਬੈਠਾ ਤੋਲਦਾ, ਭਾਵੇਂ ਕਿਸੇ ਨੌਕਰੀ ਤੇ ਲੱਗਾ, ਭਾਵੇਂ ਕਿਤੇ ਵੀ ਹੈ, ਜੇ ਤੂੰ ਵੀ ਪੂਰਾ ਤੋਲੇਗਾ, ਸੱਚ ਬੋਲੇਗਾ, ਤੇ ਘਾਟਾ ਤੈਨੂੰ ਵੀ ਕੋਈ ਨਹੀਂ ਪੈਣ ਵਾਲਾ। ਤੇ ਜਿਹੜੇ ਵੱਟਿਆਂ ਨੂੰ ਸਾਨੂੰ ਤੋਲਿਆ ਜਾਣਾ ਰੱਬ ਦੇ ਘਰ, ਉੱਥੇ ਫਿਰ ਉਹ ਜਿਹੜੇ ਸਾਡੇ ਗੁਨਾਹ ਹੋਏ ਤੇ ਫਿਰ ਉਹ ਬੜੀਆਂ ਸਜ਼ਾਵਾਂ। ਤੇ ਜੇ ਕਿਤੇ ਬੰਦਗੀ ਪੈ ਗਈ ਇੱਕ ਸ਼ਾਬੇ, ਉਹ ਕਹਿੰਦੇ ਰਾਜੇ ਜਨਕ ਨੇ ਚੱਲੇ ਜਾਂਦੇ ਤੇ ਨਰਕਾਂ ਦਾ ਦਰਸ਼ਨ ਕੀਤੇ, ਤੇ ਉੱਥੇ ਬੜੇ ਲੋਕ ਵਿਲਕ ਰਹੇ ਹਨ। ਤੇ ਉਹਨੇ ਜਾ ਕੇ ਧਰਮਰਾਜ ਨੂੰ ਕਿਹਾ, ਰਾਜੇ ਜਨਕ ਨੇ, ਕਹਿੰਦਾ ਜੀ ਲੋਕ ਬੜੇ ਔਖੇ ਹੈ, ਇਹਨਾਂ ਦਾ ਕੋਈ ਭਲਾ ਕਰੋ। ਇਹ ਤਾਂ ਬੜੇ ਕਹਿਣ ਲੱਗੇ ਜੀ ਇਹਨਾਂ ਨੇ ਜਪਿਆ ਨਹੀਂ ਹੈ, ਇਹਨਾਂ ਨਾਲ ਇਹੀ ਹਾਲਤ ਹੀ ਹੋਣੀ ਹੈ, ਰੋਂਦੇ ਪਿੱਟਦੇ ਬੜੇ। ਕਹਿੰਦਾ ਜੀ ਮੈਂ ਇਹਨਾਂ ਵਾਸਤੇ ਕੁਝ ਕਰ ਸਕਦਾ? ਕਹਿੰਦੇ ਜੀ ਨਾਮ ਤੋਂ ਜਪਿਆ? ਕਹਿੰਦਾ ਜੀ ਹਾਂ। ਕਹਿੰਦਾ ਚਲੋ ਮੇਰੇ ਨਾਮ ਤੋਂ ਫਿਰ ਤਕੜੀ 'ਚ ਇੱਕ ਪਾਸੇ ਉਹਨਾਂ ਦੇ ਕਰਮ ਪਾਏ, ਇੱਕ ਪਾਸੇ ਨਾਮ ਰੱਖਿਆ, ਕਿ ਉਹ ਜਿਹੜੇ ਨਾਮ ਦੇ ਬਰਾਬਰ ਕਰਮ ਕੁਛ ਵੀ ਨਹੀਂ ਹੈ। ਤੁਸੀਂ ਜੋ ਕੁਝ ਕੀਤਾ ਜਪਣਾ ਸ਼ੁਰੂ ਕਰ ਦਿਓ, ਪਾਪ ਸੜ ਜਾਂਦੇ ਆ, ਗੁਰੂ ਕਿਰਪਾ ਕਰਦਾ ਹੈ। ਕਹਿੰਦੇ ਉਹ ਕਿਣਕਾ ਭਰ ਨਾਮ ਰੱਖਿਆ ਛਾਪੇ 'ਚ, ਇੱਕ ਪਾਸੇ ਕਰਮ ਰੱਖੇ ਉਹਨਾਂ ਜੀਵਾਂ ਦੇ, ਤੇ ਕਰਮ ਭਾਵੇਂ ਉਹਨਾਂ ਨੇ ਬਹੁਤ ਮਾੜੇ ਕੀਤੇ ਸਨ, ਤੇ ਨਾਮ ਦਾ ਤਕੜਾ ਹੀ ਜਿਹੜਾ ਲਿਖਿਆ ਹੈ ਦੂਸਰੇ ਕਰਮ ਦੇ ਵਿਰੁੱਧ, ਕਹਿੰਦਾ ਭਾਵੇਂ ਉਹਨਾਂ ਦੇ ਕਰਮ ਕੱਟੇ ਗਏ। ਮਹਾਰਾਜ ਇਹੀ ਤੇ ਕਿਹਾ, ਕੇਤੀ ਛੁੱਟੀ ਨਾਲ ਆਹੀ ਤੇ ਮਹਾਰਾਜ ਨੇ ਕਿਹਾ ਸੀ ਵੀ ਤੂੰ ਹੀ ਨਹੀਂ ਤਰੇਗਾ, ਕੇਤੀ ਛੁੱਟੀ ਨਾਲ ਹੋਰ ਵੀ ਛੁੱਟ ਜਾਣਗੇ ਤੇਰੇ ਨਾਲ। ਰਾਜੇ ਜਨਕ ਨੇ ਨਰਕ ਖਾਲੀ ਕਰਵਾ ਦਿੱਤੇ ਹਨ, ਜਿਹੜਾ ਉਹਨਾਂ ਦੇ ਇਤਿਹਾਸ 'ਚ ਲਿਖਿਆ ਹੁੰਦਾ ਹੈ। ਮਹਾਰਾਜ ਕਹਿੰਦੇ ਉਹਦੀ ਤਕੜੀ ਵੀ ਅਤੁੱਲ ਹੈ ਤੇ ਅਮੁੱਲ ਹੈ, ਤੇ ਭਾਈ ਉਹਦੇ ਵੱਟੇ ਵੀ ਅਮੁੱਲ ਹਨ। ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ, ਅਮੁੱਲ ਨੇ ਉਹਦੀਆਂ ਬਖਸ਼ਾਂ ਤੇ ਮੁੱਲ ਨਿਸ਼ਾਨ। ਨਿਸ਼ਾਨ ਮੱਥੇ ਤੇ ਜਪਜੀ ਸਾਹਿਬ ਤੁਹਾਨੂੰ ਕੰਠ ਹੈ, ਇਹ ਗੁਰੂ ਸਾਹਿਬ ਦਾ ਨਿਸ਼ਾਨ ਹੈ ਤੁਹਾਡੇ ਮੱਥੇ ਤੇ, ਮਸਤਕ ਦੇ ਉੱਪਰ। ਤੁਹਾਡੇ ਅੰਦਰ ਨਾ ਪੁਰਾਣੇ ਸਮੇਂ ਨਾਲ ਜਿਹਦੇ ਕੋਲ ਜਿੰਨੇ ਪੈਸੇ ਹੁੰਦੇ ਹਨ, ਉਹਨੂੰ ਝੰਡੇ ਲਾਉਣੇ ਪੈਂਦੇ ਹਨ ਆਪਣੇ ਕੋਠੇ ਦੇ ਉੱਪਰ, ਉਹਨੂੰ ਸਰਕਾਰ ਨੂੰ ਦੱਸਣਾ ਪੈਂਦਾ ਹੈ ਵੀ ਤੇਰੇ ਕੋਲ ਕਿੰਨੇ ਪੈਸੇ ਨੇ। ਮਹਾਰਾਜ ਕਹਿੰਦੇ ਅੰਦਰ ਨਾਮ ਦਾ ਖਜ਼ਾਨਾ ਪਿਆ ਹੋਵੇ ਨਾ, ਤੇ ਝੰਡਾ ਮੱਥੇ ਤੋਂ ਵੈਸੇ ਹੀ ਪ੍ਰਗਟ ਹੋ ਜਾਂਦਾ, ਨਿਸ਼ਾਨ ਵੈਸੇ ਹੀ ਪ੍ਰਗਟ ਹੋ ਜਾਂਦਾ। ਕਈ ਬੰਦੇ ਤੁਹਾਨੂੰ ਬੰਦਗੀ ਕਰਨ ਵਾਲੇ ਉਹਨਾਂ ਦੇ ਕੋਲ ਬੈਠੋ ਕਿ ਤੁਹਾਡੀ ਰੂਹ ਪ੍ਰਸੰਨ ਹੋਏਗੀ, ਰੂਹ ਖੁਸ਼ ਹੋਏਗੀ। ਤੇ ਕਈ ਇਹੋ ਜਿਹੇ ਜਿਹਨਾਂ ਕੋਲ ਬੈਠੋ ਜਿਹਦੇ ਕੋਲ ਖਜ਼ਾਨਾ ਹੁੰਦਾ ਹੈ ਨਾ, ਉਹਦੇ ਚਿਹਰੇ ਤੇ ਰੌਣਕ ਜ਼ਰੂਰ ਹੁੰਦੀ ਹੈ, ਉਹ ਕਦੇ ਕਲਪਦਾ ਨਹੀਂ ਹੈ, ਉਹ ਆਨੰਦ 'ਚ ਰਹਿੰਦਾ ਹੈ। ਤੇ ਮਹਾਰਾਜ ਕਹਿੰਦੇ ਉਹ ਨਿਸ਼ਾਨ ਝੰਡਾ ਹੀ ਤੇ ਹੈ, ਇਹਨੂੰ ਨਿਸ਼ਾਨ ਕਰੋ। ਆਪਾਂ ਨਿਸ਼ਾਨ ਸਾਹਿਬ ਕਹਿੰਦੇ ਨਾ, ਝੰਡਾ ਹੀ ਹੈ, ਇਹਦਾ ਵੱਡੇ ਝੰਡੇ ਨੂੰ ਅਸੀਂ ਨਿਸ਼ਾਨ ਸਾਹਿਬ ਕਹਿੰਦੇ ਹਾਂ। ਇਹ ਗੁਰੂ ਘਰ ਦੀ ਨਿਸ਼ਾਨੀ ਹੈ, ਲੰਘਦੇ ਟੱਪਦੇ ਨੂੰ ਇਹ ਨਿਸ਼ਾਨ ਸਾਹਿਬ ਦਿਸੇ ਤੇ ਆਣ ਕੇ ਲੰਗਰ ਪ੍ਰਸ਼ਾਦਾ ਛਕ ਸਕਦਾ ਹੈ। ਮਹਾਰਾਜ ਤੇਰੀਆਂ ਬਖਸ਼ਾਂ ਮੁੱਲ ਨੇ, ਤੇਰਾ ਨਿਸ਼ਾਨ ਮੁੱਲ ਹੈ ਜੋ ਮੱਥੇ ਤੇ ਲਾ ਦਿੰਦੇ ਹੋ। ਅਮੁੱਲ ਕਰਮ ਅਮੁੱਲ ਕੁਰਬਾਨ, ਕਹਿੰਦੇ ਅਮੁੱਲ ਕਰਮ ਅਮੁੱਲ ਫੁਰਮਾਨ। ਕਰਮ ਵੀ ਅਮੁੱਲ, ਰੱਬ ਦੇ ਕਰਮ। ਰੱਬ ਕਰਮ ਮਾੜੇ ਨਹੀਂ ਕਰਦਾ, ਬੰਦਾ ਕਰਦਾ। ਇਹਦੇ ਕਰਮ ਦਾ ਅਰਥ ਵੀ ਵੈਸੇ ਬਖਸ਼ਿਸ਼ ਚਲੋ ਕੀਤਾ ਹੈ ਵੀ ਤੇਰੀ ਬਖਸ਼ਿਸ਼ ਜਿਹੜੀ ਰਹਿਮਤ ਜਾਂ ਹੁਕਮ। ਤੇਰਾ ਫਰਮਾਨ ਵੀ ਅਮੁੱਲ ਹੈ, ਅਮੁੱਲ ਫਰਮਾਨ ਕੀਤਾ ਰੱਬ ਨੇ, ਹੁਕਮ ਹੀ ਤੇ ਕੀਤਾ ਹੈ। ਧਰਤੀ ਨੂੰ ਵੀ ਤੂੰ ਇੱਥੇ ਟਿਕ ਕੇ ਰਹਿਣਾ, ਹੁਕਮ ਹੀ ਤੇ ਮੰਨ ਰਹੀ ਹੈ ਵਿਚਾਰੀ। ਰੱਬ ਨੇ ਸੂਰਜ ਨੂੰ ਹੁਕਮ ਹੀ ਤੇ ਕੀਤਾ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਭੈ ਦਾ ਅਰਥ ਤੇ ਹੁਕਮ ਹੀ ਹੈ। ਅਸਲ ਵਿੱਚ ਨਾ ਮਨੁੱਖ ਉਦੋਂ ਚੰਗੇ ਗੁਣਾਂ ਵਾਲਾ ਬਣਦਾ ਜਦੋਂ ਕਿਸੇ ਦਾ ਡਰ ਰੱਖਦਾ ਹੈ। ਸਾਨੂੰ ਗੁਰੂ ਤੇ ਰੱਬ ਦਾ ਡਰ ਹਮੇਸ਼ਾ ਰੱਖਣਾ ਚਾਹੀਦਾ, ਪਿਆਰ ਵੀ ਹੋਣਾ ਚਾਹੀਦਾ। ਤੇ ਆ ਜੋ ਮੈਂ ਕਰਨ ਲੱਗਾ, ਗੁਰੂ ਸਾਹਿਬ ਕੀ ਕਹਿਣਗੇ, ਡਰ ਵੀ ਚਾਹੀਦਾ। ਤੇਰਾ ਫਰਮਾਨ ਵੀ, ਤੇਰੇ ਕਰਮ ਵੀ ਅਮੁੱਲ ਹਨ। ਅਮੁੱਲ
ਆਖਿਆ ਨਹੀਂ ਜਾ ਸਕਦਾ, ਜਿਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਕਿਸੇ ਤਰੀਕੇ ਨਾਲ। ਰੱਬ ਬਾਰੇ ਅਸੀਂ ਕੀ ਆਖ ਸਕਦੇ ਹਾਂ? ਮਹਾਰਾਜ ਨੇ ਕਹਿ ਦੇ ਦਿੱਤਾ ਅਜੂਨੀ ਹੈ, ਅਕਾਲ ਹੈ, ਫਿਰ ਉਹਦੇ ਬਾਰੇ ਦੱਸੋ ਅਸੀਂ ਕੀ ਕਹੀਏ? ਉਹ ਨਿਰਜੁਰਤ ਰੂਪ ਹੋ ਕੇ ਸੁੰਦਰ ਸਰੂਪ ਹੋ ਕਿ ਭੂਪਣ ਕੇ ਭੂਪ ਹੋ ਕੇ ਦਾਨ ਕੀ ਮਹਾਦਾਨ ਹੋ, ਕੀ ਕਹੀਏ ਅਸੀਂ ਉਹਦੇ ਬਾਰੇ? ਕਿੱਡਾ ਕੁ ਵੱਡਾ ਦਾਤਾ, ਕਿੱਡਾ ਕੁ ਵੱਡਾ ਦਾਨੀ ਹੈ, ਉਹ ਤੇ ਅਮੁੱਲ ਹੈ, ਉਹਨੂੰ ਆਖਿਆ ਨਹੀਂ ਜਾ ਸਕਦਾ। ਰੱਬ ਨੂੰ ਬਿਆਨ ਨਹੀਂ ਕੀਤਾ ਜਾ, ਰੱਬ ਬਾਰੇ ਕੁਝ ਨਹੀਂ ਆਖਿਆ ਜਾ ਸਕਦਾ। ਹਾਂ ਗੁਣ ਗਾ ਸਕਦੇ ਅਸੀਂ, ਆ ਕੇ ਰਹਿ ਰੱਬ ਬਾਰੇ, ਪਰ ਉਹਨੂੰ ਪੂਰਨ ਤੌਰ ਤੇ ਨਹੀਂ ਆਖਿਆ ਜਾ ਸਕਦਾ, ਕੋਈ ਬਿਆਨ ਨਹੀਂ ਕਰ ਸਕਦਾ। ਮਹਾਰਾਜ ਕਹਿੰਦੇ ਉਹ ਅਮੁੱਲ ਹੈ ਆਪਣੇ ਆਪ ਦੇ ਅੰਦਰ। ਹਾਂ ਜਿਹੜੇ ਆਖਣ ਦਾ ਯਤਨ ਕਰਦੇ ਰਹੇ, ਉਹ ਆਖਦੇ ਰਹੇ ਨਿਭ ਲਾ ਕੇ ਖੀਰ ਨੂੰ ਉਹਦੇ ਵਿੱਚ ਉਹ ਸਮਾ ਗਏ। ਬੜਿਆਂ ਨੇ ਰੱਬ ਬਾਰੇ ਆਖਿਆ, ਕਿੰਨਿਆਂ ਨੇ ਰੱਬ ਬਾਰੇ ਗ੍ਰੰਥ ਲਿਖ ਦਿੱਤੇ, ਆਖਿਆ ਹੀ ਹੈ, ਖੀਰ ਨੂੰ ਉਹ ਸਮਾ ਗਏ, ਪੂਰਨ ਤੌਰ ਤੇ ਉਹਨੂੰ ਬਿਆਨ ਨਾ ਕਰ ਸਕੇ। ਰੱਬ ਬਾਰੇ ਅਸੀਂ ਵੀ ਆਖਦੇ ਹੀ ਹੈ, ਸਾਨੂੰ ਪਤਾ ਹੀ ਕੋਈ ਨਹੀਂ ਹੈ ਕਿੱਥੇ ਹੈ, ਕਿਹੋ ਜਿਹਾ, ਕਿੱਡਾ ਕੁ ਵੱਡਾ ਹੈ, ਕੀ ਕਰ ਰਿਹਾ, ਕਿਵੇਂ ਸ੍ਰਿਸ਼ਟੀ ਨੂੰ ਚਲਾ ਰਿਹਾ ਹੈ, ਕਹਿ ਸਕਦੇ ਹੈ, ਪੂਰਨ ਤੌਰ ਤੇ ਨਹੀਂ ਬਿਆਨ ਕੀਤਾ ਜਾ ਸਕਦਾ। ਹੁਣ ਜਿੰਨੇ ਵੇਦ ਨੇ, ਪਾਠ ਪੁਰਾਣ, ਜਿੰਨੇ ਵੀ ਧਾਰਮਿਕ ਗ੍ਰੰਥ ਨੇ ਰੱਬ ਬਾਰੇ ਵਿਖਿਆਨ ਕਰਦੇ ਆ। ਅਸੀਂ ਵੀ ਹੁਣ ਬਾਣੀ ਦੀ ਵਿਚਾਰ ਕਰ ਹੀ ਰਹੇ, ਗੁਰੂ ਸਾਹਿਬ ਨੇ ਜੋ ਰੱਬ ਬਾਰੇ ਕਿਹਾ ਅਸੀਂ ਵੀ ਵਿਚਾਰ ਕਰਦੀ। ਮਹਾਰਾਜ ਕਹਿੰਦੇ ਕਿੰਨੇ ਹੀ ਧਾਰਮਿਕ ਵੇਦ ਨੇ, ਪੁਰਾਣ ਨੇ, ਉਹ ਰੱਬ ਬਾਰੇ ਬਿਆਨ ਕਰਦੇ ਹਨ। ਉਹ ਪੜ੍ਹਦੇ ਤੇ ਫਿਰ ਆਖਦੇ ਨੇ, ਵਿਖਿਆਨ ਕਰਦੇ ਨੇ ਰੱਬ ਦਾ। ਅਸੀਂ ਪੜ੍ਹ ਕੇ ਕੁਝ ਨਾ ਕੁਝ ਇੱਕ ਦੂਸਰੇ ਨੂੰ ਕਹਿ ਕੇ ਸਮਝਾਇਆ ਜਾ ਸਕਦਾ ਹੈ, ਜਾਂ ਕਹਿ ਕੇ ਵਡਿਆਇਆ ਜਾ ਸਕਦਾ ਹੈ, ਹੋਰ ਤਾਂ ਕੋਈ ਤਰੀਕਾ ਹੀ ਨਹੀਂ ਹੈ। ਆਖੇ ਹੈ ਪੜ੍ਹਦੇ ਨੇ ਤੇ ਫਿਰ ਆਖਦੇ ਨੇ ਅਸੀਂ ਪੜ੍ਹੇ ਸਵੇਰੇ, ਅਰਥ ਵੀ ਇਹਦੇ ਕੀ ਬਣਦੇ ਨੇ ਹੁਣ ਆਖ ਰਹੇ, ਆਪ ਅਸੀਂ ਸੁਣ ਰਹੇ। ਕਦੇ ਵਿਖਿਆਨ ਆਪਾਂ ਵਿਖਿਆਨ ਕਰਨ ਦਾ ਯਤਨ ਕਰਦੇ ਵੀ ਰੱਬ ਕਿੱਡਾ ਕੁ ਵੱਡਾ, ਕਿਹੋ ਜਿਹਾ ਹੈ। ਮਹਾਰਾਜ ਕਹਿੰਦੇ ਬ੍ਰਹਮੇ ਨੇ, ਇੰਦਰ ਨੇ ਵੀ ਰੱਬ ਬਾਰੇ ਬੜਾ ਕੁਝ ਆਖਿਆ, ਉਹਨਾਂ ਦੇ ਵੀ ਗ੍ਰੰਥ ਸਾਨੂੰ ਮਿਲਦੇ ਹੈ। ਇਹ ਸਾਰੇ ਜਿਹੜੇ ਰੱਬ ਬਾਰੇ ਬੋਲਦੇ ਰਹੇ, ਉਹਦਾ ਵਿਖਿਆਨ ਕਰਨ 'ਚ ਲੱਗੇ ਰਹੇ। ਗੋਪੀਆਂ, ਇੱਥੇ ਗੋਬਿੰਦ ਦਾ ਅਰਥ ਕਾਣ ਕ੍ਰਿਸ਼ਨ ਹੈ, ਇਹ ਸ਼ਬਦ ਸ਼੍ਰੀ ਕ੍ਰਿਸ਼ਨ ਬਾਰੇ ਹੈ। ਗੋਪੀਆਂ ਤੇ ਸ਼੍ਰੀ ਕ੍ਰਿਸ਼ਨ ਨੇ, ਉਹਨੇ ਵੀ ਰੱਬ ਬਾਰੇ ਬਹੁਤ ਕਿਆ ਕੀਤਾ, ਲਿਖੀ ਉਹਨਾਂ ਨੇ। ਜਿੰਨੇ ਧਾਰਮਿਕ ਗ੍ਰੰਥ ਨੇ ਉਹ ਰੱਬ ਬਾਰੇ ਲਿਖੇ ਗਏ। ਇੱਥੇ ਗੋਪੀਆਂ ਵੀ ਗਾਉਂਦੀਆਂ, ਇੱਥੇ ਕਾਣ ਕ੍ਰਿਸ਼ਨ ਨੇ ਵੀ ਰੱਬ ਬਾਰੇ ਕੁਝ ਨਾ ਕੁਝ ਲਿਖਿਆ ਔਰ ਬਿਆਨ ਕੀਤਾ ਜੀ। ਕਹਿੰਦੇ ਈਸ਼ਰ ਸ਼ਿਵ ਨੂੰ ਕਹਿੰਦੇ ਹੈ, ਸਿੱਧ ਆ ਗੋਰਖਨਾਥ ਵਰਗੇ। ਕਹਿੰਦੇ ਸ਼ਿਵ ਨੇ ਵੀ ਰੱਬ ਬਾਰੇ ਕਿਹਾ, ਸਿੱਧ ਜਿਹੜੇ ਉਹ ਵੀ ਰੱਬ ਬਾਰੇ। ਸਿੱਧ ਤੇ ਮਹਾਰਾਜ ਨੂੰ ਕਹਿੰਦੇ ਹਨ ਗੁਰੂ ਨਾਨਕ ਸਾਹਿਬ, ਯੋਗ ਤੋਂ ਬਗੈਰਾ ਰੱਬ ਨਹੀਂ ਮਿਲ ਸਕਦਾ। ਮਹਾਰਾਜ ਕਹਿੰਦੇ ਅਸੀਂ ਗ੍ਰਸਤੀ 'ਚ ਰੱਬ ਪਾ ਕੇ ਤੁਹਾਨੂੰ ਵਿਖਾਉਂਦੇ ਹਾਂ। ਅਸੀਂ ਰੱਬ ਜੋਨੀਆਂ 'ਚ ਨਹੀਂ ਆਉਂਦਾ, ਰੱਬ ਨੂੰ ਕਿਹਾ ਨਹੀਂ ਜਾ ਸਕਦਾ। ਮਹਾਰਾਜ ਕਹਿੰਦੇ ਉਹ ਜ਼ਬਾਨ ਹੀ ਸਾਡੇ ਤੇ ਜਿਹੜੀ ਕਹਿੰਦੀ ਹੈ ਰੱਬ ਨੂੰ ਮੈਂ ਬਿਆਨ ਕਰ ਲਿਆ ਜਾਂ ਮੈਂ ਰੱਬ ਜੋਨੀਆਂ 'ਚ ਆਉਂਦਾ ਹੈ। ਮਹਾਰਾਜ ਕਹਿੰਦੇ ਜੀ ਭਾਈ ਛੱਡ ਜਾਣੀ ਚਾਹੀਦੀ ਹੈ। ਸ਼ਿਵ ਵਰਗੇ ਸਿੱਧ ਜਿਹੜੇ ਨੇ ਉਹ ਰੱਬ ਬਾਰੇ ਕਹਿੰਦੇ ਰਹੇ, ਪੂਰਨ ਤੌਰ ਤੇ ਉਹਦੇ ਬਾਰੇ ਬਿਆਨ ਨਾ ਕਰ ਸਕੇ ਜੀ। ਆਖੇ ਕੀਤੇ ਕਿੰਨੇ ਆਖਦੇ ਨੇ, ਕੀਤੇ ਬਹੁਤ ਉਜਲ ਬੁੱਧੀ ਵਾਲੇ ਜਾਂ ਮਹਾਤਮਾ ਬੁੱਧ ਵਰਗੇ ਆਪਾਂ ਇਹਦੇ ਅਰਥ ਕਰ ਸਕਦੇ। ਬੜੇ ਆਏ ਸੰਸਾਰ ਤੇ ਰੱਬ ਬਾਰੇ ਉਹਨਾਂ ਨੇ ਕੁਝ ਨਾ ਕੁਝ ਕਿਹਾ, ਪਰ ਮਹਾਰਾਜ ਕਹਿੰਦੇ ਹਨ ਮਹਾਰਾਜ ਕਹਿੰਦੇ ਦਾਨਵ ਦਾ ਅਰਥ ਰਾਖਸ਼ਿਸ਼ ਹੈ, ਦੇਵ ਦਾ ਅਰਥ ਦੇਵਤੇ। ਇਹਦਾ ਮਤਲਬ ਰਾਖਸ਼ਿਸ਼ ਵੀ ਰੱਬ ਬਾਰੇ ਕੁਝ ਕਹਿੰਦੇ ਹੈ ਵੀ ਰੱਬ ਹੈ। ਇਹਦੇ ਨਾਲ ਰਾਖਸ਼ਿਸ਼ ਬਿਰਤੀ ਵਾਲਾ ਬੰਦਾ ਰੱਬ ਤੋਂ ਮੁਨਕਰ ਹੁੰਦਾ ਹੈ। ਜਿਹਦੀ ਬਿਰਤੀ ਰਾਖਸ਼ਿਸ਼ ਹੁੰਦੀ ਹੈ ਨਾ, ਉਹ ਰੱਬ, ਜੇ ਰੱਬ ਦਾ ਭੈ ਮੰਨੇ ਤੇ ਰਾਖਸ਼ਿਸ਼ ਮੰਨਦਾ ਹੀ ਨਹੀਂ। ਉਹ ਰਾਖਸ਼ਿਸ਼ ਰੱਬ ਨੂੰ ਨਹੀਂ ਮੰਨਦਾ, ਪਰ ਇੱਥੇ ਤੇ ਰਾਖਸ਼ਿਸ਼ ਦਾ ਵੀ ਮਹਾਰਾਜ ਨੇ ਕਿਹਾ ਕਹਿੰਦੇ ਉਹ ਵੀ ਰੱਬ ਬਾਰੇ ਕੁਝ ਕਹਿੰਦੇ ਹੈ। ਦੇਵਤੇ ਵੀ ਰੱਬ ਬਾਰੇ ਬਿਆਨ ਕਰਦੇ ਹਨ। ਆਖੇ ਸੁਰ, ਇਹ ਵੀ ਦੇਵਤੇ ਹੀ ਹੈ। ਨਰ ਮਨੁੱਖ, ਮੁਨ ਮੁਨੀ ਜਨ ਸੇਵ, ਸੇਵਾ ਕਰਨ ਵਾਲੇ ਦਾ ਜਨ, ਜਿਹੜੇ ਰੱਬ ਨਾਲ ਜੁੜ ਗਏ। ਜਨ ਸ਼ਬਦ ਆਪਾਂ ਸਿੱਖ ਵਾਸਤੇ ਹੀ ਵਰਤਦੇ,
ਲੈਂਦੇ, ਭਗਤ ਵਾਸਤੇ ਵੀ ਵਰਤ ਲੈਂਦੇ, ਰੱਬ ਨੂੰ ਮੰਨਣ ਵਾਲੇ ਵਾਸਤੇ ਵਰਤ ਲੈਂਦੇ। ਪਰ ਕਹਿੰਦੇ ਸੇਵਾ ਕਰਨ ਵਾਲੇ ਮੁਨੀ ਜਨ ਦਿੰਦੇ ਹੈ, ਉਹ ਦੇਵਤੇ ਨੇ ਜਾਂ ਜਿੰਨੇ ਮਨੁੱਖ ਨੇ ਸਾਰੇ ਰੱਬ ਬਾਰੇ ਕੁਝ ਨਾ ਕੁਝ ਕਹਿੰਦੇ ਹਨ। ਕਹਿੰਦੇ ਕੇਤੇ ਆਖੈ, ਕਿੰਨੇ ਆਖ ਰਹੇ ਨੇ ਰੱਬ ਬਾਰੇ, ਆਖਣ ਪਾਏ ਕਹਿੰਦੇ ਅਜੇ ਕਈ ਆਖਣ ਦੀ ਕੋਸ਼ਿਸ਼ ਕਰ ਰਹੇ। ਜਿਵੇਂ ਮੰਨ ਲਓ ਆਪਾਂ ਕਥਾ ਕਰ ਰਹੇ ਹਾਂ, ਰੱਬ ਬਾਰੇ ਕਹਿ ਰਹੇ ਹਾਂ, ਜਿਹੜੇ ਕਥਾ ਸਿੱਖ ਰਹੇ ਨੇ ਨਾ ਉਹ ਰੱਬ ਬਾਰੇ ਕੁਝ ਆਖਣਾ ਚਾਹੁੰਦੇ ਆ। ਇਹਦਾ ਇਹੀ ਅਰਥ ਹੈ, ਕੇਤੇ ਤੇ ਆਖ ਰਹੇ ਨੇ ਤੇ ਕੇਤੇ ਆਖਣ ਦੀ ਤਿਆਰੀ 'ਚ ਨੇ। ਉਹ ਕਹਿੰਦਾ ਕਿਸੇ ਆਸ਼ਰਮ 'ਚ ਰਹਿ ਕੇ, ਡੇਰੇ 'ਚ ਰਹਿ ਕੇ, ਵਿਦਿਆਲੇ 'ਚ ਰਹਿ ਕੇ ਉਹ ਸਿੱਖ ਰਹੇ ਨੇ ਅਸੀਂ ਵੀ ਰੱਬ ਬਾਰੇ ਕੁਝ ਕਹਿਣਾ। ਕਹਿੰਦੇ ਸੰਪੂਰਨ ਤੌਰ ਤੇ ਬਿਆਨ ਕਿਸੇ ਨੇ ਨਹੀਂ ਕੀਤਾ ਰੱਬ। ਕੇਤੇ ਆਖੇ ਕਿੰਨੇ ਅੱਜ ਕਿੰਨੇ ਸਥਾਨਾਂ ਤੇ ਕਥਾ ਹੋ ਰਹੀ ਹੈ, ਮੰਦਰਾਂ ਮਸੀਤਾਂ ਤੇ ਕਿੰਨੇ ਸਵੇਰ ਦੇ ਰੱਬ ਬਾਰੇ ਤੜਕੇ ਦੇ ਲੱਗੇ ਨੇ 2-2:30 ਵਜੇ ਤੋਂ ਲੈ ਕੇ ਹੁਣ। ਕੀ ਅੱਜ ਉਹ ਰੱਬ ਨੂੰ ਸੰਪੂਰਨ ਬਿਆਨ ਕਰ ਦੇਣਗੇ ਵੀ ਰੱਬ ਇਹੋ ਜਿਹਾ ਏਡਾ ਵੱਡਾ ਹੈ? ਭਾਰਤ ਕਿਤੇ ਨਹੀਂ, ਸਾਰੇ ਰੱਬ ਬਾਰੇ ਕੋਈ ਨਾ ਕੁਝ ਕਹਿੰਦੇ, ਬਹੁਤ ਆਖ ਰਹੇ ਨੇ, ਬਹੁਤ ਆਖਣਾ ਚਾਹੁੰਦੇ ਹਨ। ਕਹਿੰਦੇ ਕਿੰਨੇ ਕਹਿ ਕੇ ਰੱਬ ਬਾਰੇ ਉੱਠ ਕੇ ਤੁਰ ਗਏ। ਕਿੰਨੇ ਕਥਾ ਕਰਨ ਵਾਲੇ ਜਿਹੜੇ ਨੇ ਸਾਡੇ ਕੋਲ ਮਸਕੀਨ ਸਾਹਿਬ ਜੀ ਹੈ ਜਾਂ ਹੋਰ ਜਿੰਨੇ ਵੀ ਆਏ ਨੇ, ਮਾਨ ਸਿੰਘ ਝੌਰ, ਭਾਈ ਵੀਰ ਸਿੰਘ ਹੋਣੇ, ਭਾਈ ਕਾਹਨ ਸਿੰਘ ਹੋਣੇ, ਇਹਨਾਂ ਨੇ ਵੱਡੇ ਵੱਡੇ ਗ੍ਰੰਥ ਲਿਖੇ। ਭਾਈ ਸਾਹਿਬ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਕੀਤਾ। ਮਹਾਰਾਜ ਕਹਿੰਦੇ ਉਹ ਆਏ ਤੇ ਚਲੇ ਗਏ, ਰੱਬ ਬਾਰੇ ਬਿਆਨ ਕਰਦੇ ਰਹੇ। ਉੜਿਆ ਨੇ ਕਹਿਣੇ ਵਾਲੇ ਤੇਰੇ ਰਹੇ ਸਮਾਏ, ਬਲਿਹਾਰੀ ਕੁਦਰਤ ਵਸਿਆ, ਬਲਿਹਾਰੀ ਕੁਦਰਤ ਵਸਿਆ, ਬਲਿਹਾਰੀ ਕੁਦਰਤ ਵਸਿਆ, ਬਲਿਹਾਰੀ ਕੁਦਰਤ ਵਸਿਆ। ਤੇਰਾ ਅੰਤ ਨਾ ਜਾਈ ਲਖਿਆ, ਤੇਰਾ ਅੰਤ ਨਾ ਜਾਈ ਲਖਿਆ, ਕਹਿੰਦੇ ਅੰਤ ਨਾ ਜਾਈ ਲਖਿਆ। ਕਿੰਨੇ ਕਹਿ ਕੇ ਤੁਰ ਗਏ, ਕਿੰਨੇ ਕਹਿ ਰਹੇ ਨੇ, ਕਿੰਨੇ ਕਹਿਣ ਦੀ ਤਿਆਰ ਨੇ, ਰੱਬ ਨੂੰ ਕਿਸੇ ਨੇ ਸੰਪੂਰਨ ਬਿਆਨ ਨਹੀਂ ਕੀਤਾ। ਅੱਗੇ ਪੜੋ ਜੀ। ਕਹਿੰਦੇ ਇੰਨੇ ਪਹਿਲਾਂ ਕੀਤੇ ਨੇ, ਹੋਰ ਕਰੇ, ਹੋਰ ਜਿੰਨਾ ਕੋਈ ਮਰਜ਼ੀ ਬਣਾ ਸਕਦਾ। ਬਹੁਤ ਕੁਝ ਰੱਬ ਨੇ ਬਣਾਇਆ, ਰੱਬ ਚਾਹੇ ਹੋਰ ਕੋਈ ਜਿੰਨਾ ਮਰਜ਼ੀ ਕੋਈ ਬਣਾ ਸਕਦਾ ਹੈ। ਇਹਤੇ ਕੀਤੇ ਕਿੰਨੇ ਉਹਨੇ ਪੈਦਾ ਕੀਤੇ, ਹੋਰ ਕਰੇ, ਰੱਬ ਚਾਹੇ ਹੋਰ ਜਿੰਨੇ ਮਰਜ਼ੀ ਪੈਦਾ ਕਰ ਲਏ। ਜਾਂ ਆਪੇ ਦੇ ਅੰਦਰ ਕਿੰਨੇ ਪ੍ਰਚਾਰਕ ਰੱਬ ਨੇ ਪੈਦਾ ਕੀਤੇ, ਉਹ ਭਾਵੇਂ ਸਾਰਿਆਂ ਨੂੰ ਪ੍ਰਚਾਰ ਕਰਨ ਤੇ ਲਾ ਦੇ। ਹਰੇਕ ਬੰਦਾ ਵਰਲਡ ਦੇ ਅੰਦਰ, ਹਰੇਕ ਬੰਦਾ ਰੱਬ ਬਾਰੇ ਬਿਆਨ ਕਰਨਾ ਸ਼ੁਰੂ ਕਰਦੇ, ਰੱਬ ਨੂੰ ਫਿਰ ਵੀ ਨਹੀਂ ਬਿਆਨ ਕੀਤਾ ਜਾ ਸਕਦਾ। ਹਰੇਕ ਬੰਦਾ ਹੀ ਕਥਾਵਾਚਕ ਬਣ ਜਾਏ, ਹਰੇਕ ਬੰਦਾ ਹੀ ਕੁਝ ਨਾ ਕੁਝ ਰੱਬ ਬਾਰੇ ਕਵੇ, ਰੱਬ ਨੂੰ ਫਿਰ ਵੀ ਨਹੀਂ ਬਿਆਨ ਕੀਤਾ ਜਾ ਸਕਦਾ। ਰੱਬ ਨੇ ਕਿੰਨਾ ਕੁਝ ਕੀਤਾ, ਉਹ ਚਾਹੇ ਹੋਰ ਜੋ ਕੁਝ ਮਰਜ਼ੀ ਕਰ ਸਕਦਾ ਹੈ। ਉਹਨੂੰ ਕੋਈ ਵੀ ਨਹੀਂ ਆਖ ਸਕਦਾ, ਸੰਪੂਰਨ ਤੌਰ ਤੇ ਉਹਨੂੰ ਨਹੀਂ ਬਿਆਨ ਕਰ ਸਕਦਾ ਹੈ। ਮਹਾਰਾਜ ਕਹਿੰਦੇ ਰੱਬ ਨੂੰ ਭਾਵੇ ਤੇ ਜਿੱਡਾ ਮਰਜ਼ੀ ਵੱਡਾ ਹੋ ਜਾਏ, ਜੀਵਨ ਭਾਵੇਂ ਵੀ ਹੁਣ ਮੈਂ ਐਡਾ ਹੋਰ ਹੋਣਾ ਹੈ, ਟੇਬਲ ਹੋਏ ਉਹਨੇ ਉਹੋ ਜਿਹਾ ਹੀ ਹੋ ਜਾਣਾ, ਕਿਉਂਕਿ ਉਹਦੇ ਕੋਲ ਤਾਕਤ ਹੈ। ਆਪਾਂ ਨਾ ਕਈ ਵਾਰੀ ਮਨੁੱਖ ਵੱਡਾ, ਅਸੀਂ ਸਾਰੇ ਵੱਡਾ ਬਣਨਾ ਚਾਹੁੰਦੇ ਹਾਂ। ਜਿਹੜਾ ਲੱਖਪਤੀ ਉਹ ਕਹਿੰਦਾ ਕਰੋੜਪਤੀ ਹੋ ਜਾ, ਕਰੋੜਪਤੀ ਕਹਿੰਦਾ ਅਰਬਪਤੀ ਬਣ ਜਾ। ਇਸ ਤੋਂ ਉਹ ਕਹਿੰਦਾ ਅੱਗੇ ਸਾਈਕਲ ਵਾਲਾ ਕਹਿੰਦਾ ਮੋਟਰਸਾਈਕਲ ਕਹਿੰਦਾ ਵਾਲਾ ਕਹਿੰਦਾ ਗੱਡੀ ਵਾਲਾ ਕਹਿੰਦਾ ਜਹਾਜ਼ ਵਾਲਾ ਕਹਿੰਦਾ ਵੀ ਸਾਰਿਆਂ ਤੋਂ ਹੁਕਮ ਹੀ ਮੇਰਾ ਚੱਲਣਾ ਚਾਹੀਦਾ। ਮਹਾਰਾਜ ਕਹਿੰਦੇ ਨੇ ਜੋ ਮੈਂ ਸੋਚਿਆ ਸੀ ਬਣਨਾ ਚਾਹੁੰਦਾ ਉਹ ਨਹੀਂ ਬਣ ਸਕਦਾ, ਰੱਬ ਜੋ ਚਾਹੇ ਉਹ ਕਰ ਸਕਦਾ। ਚਲੋ ਟੀਚਾ ਭਰੂਖ ਦਾ ਹੋਣਾ ਹੀ ਚਾਹੀਦਾ। ਬੱਚਿਆਂ ਨੂੰ ਅਸੀਂ ਕਹਿੰਦੇ ਵੈਸੇ ਨਾ ਅਸੀਂ ਨਾ ਥੋਪੀਏ ਬੱਚਿਆਂ ਨੂੰ ਕੀ ਬਣਨਾ, ਤੁਸੀਂ ਆਹ ਬਣਨਾ, ਤੁਸੀਂ ਆਹ ਬਣਨਾ। ਬੱਚਿਆਂ ਨੂੰ ਪੁੱਛੋ ਕੀ ਬਣਨਾ, ਜੋ ਉਹਨਾਂ ਦੀ ਇੱਛਾ ਹੈ ਉਹ ਬਣਨਗੇ। ਬੱਚਿਆਂ ਨੂੰ ਪੁੱਛਦੇ ਜੇਵੜ ਭਾਵੇਂ ਤੇਵੜ ਹੋਏ, ਜਿੱਡਾ ਵੱਡਾ ਉਹ ਭਾਵੇਂ ਆਪਣੇ ਆਪ ਨੂੰ ਜਿੱਡਾ ਮਰਜ਼ੀ ਵੱਡਾ ਹੋ ਸਕਦਾ ਹੈ। ਨਾਨਕ ਜਾਣੈ ਸਾਚਾ ਸੋਏ, ਆਪਣੇ ਬਾਰੇ ਉਹ ਸੱਚਾ ਸੋਈ ਜਾਣਦਾ ਹੈ। ਅਸੀਂ ਕੁਝ ਨਹੀਂ ਜਾਣਦੇ ਰੱਬ ਬਾਰੇ। ਨਾਨਕ ਜਾਣੇ ਸਾਚਾ ਸੋਏ, ਉਹ ਸੱਚਾ ਸੋਈ ਜਾਣਦਾ, ਉਹ ਭਾਈ ਕਿੱਡਾ ਕੁ ਵੱਡਾ ਹੈ। ਮਹਾਰਾਜ ਕਹਿੰਦੇ ਜੇ ਕੋਈ ਬੜਬੋਲਾ ਬੰਦਾ ਰੱਬ ਬਾਰੇ ਕੁਝ ਆਖਣਾ ਵੀ ਚਾਹਵੇ, ਬੋਲ ਵਿਗਾੜ, ਅਸਲ ਵਿੱਚ ਨਾ ਬੋਲ ਵਿਗਾੜ ਕੇ ਰੱਬ ਬਾਰੇ ਲੋਕ ਰੱਬ ਨੂੰ ਬਿਆਨ ਕਰਦੇ ਆ।
ਉਹ ਪਿੱਛੇ ਜੇ ਆਇਆ ਸੀ ਇੱਕ ਪਖੰਡੀ ਜਿਹਾ, ਉਹ ਕਹਿੰਦਾ ਸੀ ਨਹੁੰ ਤੇ ਰੱਬ ਵਿਖਾ ਦਿਆਂਗਾ। ਉਹਨੇ ਰੱਬ ਨੂੰ ਇੰਨਾ ਕੁ ਨਿਗਾਹ ਕਰਤਾ, ਉਹ ਪਤਾ ਨਹੀਂ ਕੀ ਪਾਉਂਦਾ ਸੀ ਨਹੁੰ ਤੇ, ਕਹਿੰਦਾ ਮੈਂ ਤੁਹਾਨੂੰ ਨਹੁੰ ਤੇ ਰੱਬ ਦੇ ਦਰਸ਼ਨ ਕਰਾ ਦੇਣੇ। ਇਹ ਬੋਲ ਵਿਗਾੜ ਵਾਲੇ ਹੈ, ਉਹਦਾ ਬੋਲ ਵਿਗਾੜਨਾ ਹੀ ਹੈ, ਰੱਬ ਬਾਰੇ ਕੁਝ ਕਹਿਣਾ ਹੈ। ਜਾਂ ਇੱਥੇ ਬੜਬੋਲੇ ਬੰਦੇ ਜੇ ਕੁਝ ਕਹਿੰਦੇ ਹਨ ਤਾਂ ਲਿਖੀਐ ਸਿਰ ਗਵਾਰਾ ਗਵਾਰ ਤਾਂ ਲਿਖੀਏ ਸਿਰ ਗਵਾਰਾ, ਬੜੇ ਪਿਆਰੇ ਅਰਥ ਨੇ ਇਹਦੇ। ਕਹਿੰਦੇ ਜੇ ਕੋਈ ਰੱਬ ਬਾਰੇ ਆਖੇ ਨਾ ਮੈਂ ਸੰਪੂਰਨ ਤੌਰ ਤੇ ਬਿਆਨ ਕਰ ਲਿਆ, ਤੇ ਕਹਿੰਦੇ ਜੇ ਤੁਸੀਂ ਮੂਰਖਾਂ ਬਾਰੇ ਕੁਝ ਲਿਖਣਾ ਚਾਹੁੰਦੇ ਹੋ ਤਾਂ ਲਿਖੀਏ ਸਿਰ ਗਵਾਰਾ। ਕਹਿੰਦੇ ਜੇ ਤੁਸੀਂ ਮੂਰਖਾਂ ਬਾਰੇ ਕੁਝ ਲਿਖਣਾ ਚਾਹੁੰਦੇ ਹੋ, ਗਵਾਰ ਦਾ ਅਰਥ ਮੂਰਖ ਹੈ, ਤੇ ਕਹਿੰਦੇ ਸਾਰਿਆਂ ਤੋਂ ਮੂਹਰੇ ਨਾਮ ਉਹਦਾ ਹੀ ਆਏਗਾ ਜਿਹੜਾ ਕਹਿੰਦਾ ਮੈਂ ਰੱਬ ਨੂੰ ਪੂਰਨ ਤੌਰ ਤੇ ਬਿਆਨ ਕਰ ਲਿਆ। ਮਹਾਰਾਜ ਕਹਿੰਦੇ ਉਹ ਸਭ ਮੂਰਖਾਂ ਤੋਂ ਵੱਡਾ ਮੂਰਖ ਹੈ ਜਿਹੜਾ ਕਹਿੰਦਾ ਮੈਂ ਰੱਬ ਨੂੰ ਬਿਆਨ ਕਰ ਲਿਆ। ਜੇ ਮੂਰਖਾਂ ਬਾਰੇ ਕੁਝ ਲਿਖਣਾ ਗਵਾਰਾਂ ਬਾਰੇ, ਤੇ ਮਹਾਰਾਜ ਕਹਿੰਦੇ ਉਹ ਬੋਲ ਵਿਗਾੜ ਵਾਲੇ ਨੂੰ ਸਾਰਿਆਂ ਤੋਂ ਉੱਤੇ ਲਿਖੋ ਜਿਹੜਾ ਕਹਿੰਦਾ ਮੈਂ ਰੱਬ ਨੂੰ ਸੰਪੂਰਨ ਤੌਰ ਤੇ ਬਿਆਨ ਕਰ ਲਿਆ। ਸਮੇਂ ਦੀ ਸਮਾਪਤੀ ਹੈ ਜੀ, ਇੰਨੀਆਂ ਨੂੰ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ ਜੀ ਆਇਆਂ ਨੂੰ। ਇਹਨਾਂ ਸਥਾਨਾਂ ਦੀ ਸੇਵਾ ਕਾਰ ਸੇਵਾ ਵਾਲੇ ਮਹਾਂਪੁਰਖ ਬਾਬਾ ਜਗਤਾਰ ਸਿੰਘ ਜੀ ਕਰਵਾ ਰਹੇ ਨੇ। ਚੱਲ ਰਹੀਆਂ ਸੇਵਾਵਾਂ ਚੋਂ ਭਾਈ ਜਿਹੜੀ ਸਰੋਵਰ ਸਾਹਿਬ ਦੀ ਸੇਵਾ ਦਾ ਪਿੱਛੇ ਸੇਵਾ ਚੱਲ ਰਹੀ ਹੈ, ਇਸੇ ਪਾ ਕੇ ਆਪ ਜੀ ਗੁਰੂ ਸਾਹਿਬ ਦੀਆਂ ਮਿਸ਼ਨਾਂ ਪ੍ਰਾਪਤ ਕਰ ਸਕਦੇ ਹੋ ਜੀ। ਸਮੁੱਚੀਆਂ ਸੰਗਤਾਂ ਦਾ ਧੰਨਵਾਦ ਜੀ। ਜੀ ਆਇਆਂ ਨੂੰ ਜਿਨ੍ਹਾਂ ਨੇ ਬੜੇ ਪਿਆਰ ਨਾਲ ਹਾਜ਼ਰ ਬਣ ਕੇ ਲਾਹੀ ਪ੍ਰਾਪਤ ਕੀਤੇ। ਆਨੰਦ ਸਾਹਿਬ ਜੀ ਦਾ ਪਾਠ ਗੁਰੂ ਚਰਨਾਂ 'ਚ ਅਰਦਾਸ ਬੇਨਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।